ਆਸਰਾ। ਬੰਦੋਂ ਬਾਰ ਬਾਰ ਜਗਦੀ, ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੇ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਤ ਸਿੰਘ ਰਣ ਤੀਰ ਅਰ ਪੀਰਨ ਬੀਰ ਬਸਾਲ। ਮੁਕਤਾ ਪ੍ਰਾਪਤ ਖਾਲਸੇ ਲਹਿ ਕਰਤਾ ਤਿਸ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਚਰਨਾਂ 'ਚ ਬੈਠ ਕੇ ਸੋਦਰ ਰਾਜ ਸਾਹਿਬ ਜੀ ਦੇ ਪਾਠ, ਆਰਤੀ ਆਰ ਦੇ ਕੀਰਤਨ, ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਦੇ ਪਾਸੋਂ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਕਲਗੀਧਰ ਪਿਤਾ ਦੇ ਚਰਨਾਂ 'ਚ ਜੋੜੀਏ। ਜਦੋਂ ਸਤਿਗੁਰੂ ਜੀ ਰਾਤ ਦੇ ਸਮੇਂ ਗੜੀ 'ਚੋਂ ਤਾੜੀ ਵਜਾ ਕੇ ਨਿਕਲ ਗਏ, ਪਿੱਛੇ ਦੋ ਸਿੰਘ ਰਹਿ ਗਏ, ਭਾਈ ਸੰਤ ਸਿੰਘ ਤੇ ਸੰਗਤ ਸਿੰਘ। ਗੜੀ ਦੇ ਵਿੱਚ ਉਹਨਾਂ ਦੋਵਾਂ ਸੂਰਬੀਰ ਬਹਾਦਰ ਸਿੰਘਾਂ ਨੇ 10 ਲੱਖ ਵੈਰੀ ਦਾ ਮੁਕਾਬਲਾ ਕੀਤਾ। ਕਿਸ ਤਰ੍ਹਾਂ ਸ਼ਹੀਦੀ ਪ੍ਰਾਪਤ ਕੀਤੀ, ਉਹ ਕਥਾ ਵੀ ਸਰਵਣ ਕਰਨ ਯੋਗ ਹੈ। ਆਪਣੀਆਂ ਮਨ ਬਿਰਤੀਆਂ ਨੂੰ ਫਿਰ ਚਮਕੌਰ ਸਾਹਿਬ ਦੀ ਗੜੀ ਵਿੱਚ ਲੈ ਚੱਲੀਏ। ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਦਾ ਪ੍ਰਸੰਗ ਸਰਵਣ ਕਰੀਏ। ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਸਿੰਘ ਧੀਰ ਅਰ ਬੜੇ ਧੀਰ ਜਵਾਨ ਸੂਰਬੀਰ ਯੋਧੇ ਭਾਈ ਸੰਤ ਸਿੰਘ ਜੀ। ਬੀਰਨ ਬੀਰ ਵਿਸਾਲ। ਯੋਧਿਆਂ ਵਿੱਚੋਂ ਯੋਧੇ, ਵੀਰਾਂ ਵਿੱਚੋਂ ਵਿਸ਼ਾਲ ਸੂਰਬੀਰ ਹਨ। ਮੁਕਤਾ ਪ੍ਰਾਪਤ ਖਾਲਸੇ। ਖਾਲਸੇ 'ਚ ਮੁਖੀ ਮੰਨੇ ਗਏ ਹਨ, ਕਿਉਂਕਿ ਇਹਨਾਂ ਦੇ ਸੀਸ ਤੇ ਮਹਾਰਾਜ ਨੇ ਕਲਗੀ ਸਜਾਈ ਹੈ। ਲਹਿ ਕਰਤਾ ਤਿਸ ਕਾਲ। ਜਦੋਂ ਖਾਲਸੇ ਨੂੰ ਗੁਰਿਆਈ ਗੱਦੀ ਮਿਲੀ ਹੈ ਤਾਂ ਸੀਸ ਕਲਗੀ ਭਾਈ ਸੰਤ ਸਿੰਘ ਜੀ ਦੇ ਸੁਭਾਈਮਾਨ ਹੋਈ ਹੈ। ਪਾਦਰੀ ਛੰਦ ਸਿਰ ਬਦੀ ਜਗ੍ਹਾ ਕਲਗੀ ਸਹਾਇ। ਭਾਈ ਸੰਤ ਸਿੰਘ ਜੀ ਦੇ ਸੀਸ ਤੇ ਜਗ੍ਹਾ ਕਲਗੀ ਬੜੀ ਸੋਹਣੀ ਲੱਗਦੀ ਹੈ। ਰਸ ਬੀਰ ਮਨੋ ਮੂਰਤ ਬਣਾਏ। ਮਾਨੋ ਵੀਰ ਰਸ ਦੀ ਮੂਰਤੀ ਹਨ। ਕਲਗੀਧਰ ਪਾਤਸ਼ਾਹ ਵਰਗਾ ਹੀ ਨੈਣ ਨਕਸ਼ਾ, ਉਹਨਾਂ ਵਰਗੀ ਨੁਹਾਰ, ਉਹਨਾਂ ਵਰਗਾ ਹੀ ਸਰੀਰ ਦਾ ਰੰਗ ਢੰਗ ਬਣਿਆ ਹੋਇਆ ਹੈ। ਕਰ ਮਹਿਕ ਦੰਡ ਖਰ ਸਰ ਪ੍ਰਚੰਡ। ਔਰ ਮਹਾਰਾਜ 10ਵੇਂ ਪਾਤਸ਼ਾਹ ਦੀ ਤਰ੍ਹਾਂ ਹੀ ਬੜਾ ਭਾਰੀ ਧਨੁਸ਼ ਆਪਣੇ ਹੱਥ ਵਿੱਚ ਲੈ ਕੇ ਦੁਸ਼ਮਣ ਉੱਤੇ ਤੀਰਾਂ ਦੀ ਵਰਖਾ ਭਾਈ ਸੰਤ ਸਿੰਘ ਜੀ ਕਰ ਰਹੇ ਹਨ। ਗਹਿ ਕਰਾ ਚੌਲ ਚਹ ਰਣ ਕਮੰਡ। ਔਰ ਕਹਿੰਦੇ ਮੈਦਾਨੇ ਜੰਗ ਵਿੱਚ ਦੁਸ਼ਮਣ ਨਾਲ ਯੁੱਧ ਕਰਨ ਦੇ ਲਈ ਸ਼ਸਤਰ ਬਸਤਰ ਪਹਿਨੇ ਹੋਏ ਨੇ, ਤੇਗਾਂ ਸਜਾਈਆਂ ਹੋਈਆਂ ਦੋਵਾਂ ਸੂਰਬੀਰਾਂ ਨੇ ਗਾਤਰੇ ਵਿੱਚ। ਔਰ ਦੂਸਰ ਸੰਗਤ ਸਿੰਘ ਸੰਗ। ਨਾਲ ਭਾਈ ਸੰਗਤ ਸਿੰਘ ਜੀ ਬੰਗਸੀ ਹਨ। ਜਿਹ ਕਹਾ ਬੰਗਸੀ ਮਤ ਉਤੰਗ। ਉਹਨਾਂ ਨੂੰ ਬੰਗਸੀ ਇਸ ਕਰਕੇ ਕਹਿੰਦੇ ਕਿ ਉਹ ਬੰਗ ਦੇਸ਼ ਤੋਂ ਆਏ ਹਨ, ਬੰਗਸ ਦੇਸ਼ ਦੇ ਰਹਿਣ ਵਾਲੇ ਹਨ। ਪਹਿਲੇ ਕਸੇ ਤਾਂ ਪੰਗਨ ਛੋਰ ਛੋਰ। ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਪਹਿਲਾਂ ਵੈਰੀ ਉੱਤੇ ਲਗਾਤਾਰ ਗੋਲੀਆਂ ਦਾ ਮੀਂਹ ਵਰਾਂਦੇ ਰਹੇ ਹਨ। ਚਾਹ ਔਰ ਫਿਰਤ ਅਰ ਟੋਰ ਟੋਰ। ਔਰ ਗੜੀ ਦੇ ਵਿੱਚ ਚਾਰੇ ਪਾਸੇ, ਇਹ ਨਹੀਂ ਵੀ ਇੱਕੋ ਪਾਸੇ ਗੋਲੀ ਚਲਾਈ ਹੈ, ਕਦੀ ਦੱਖਣ 'ਚ, ਕਦੀ ਪੂਰਬ 'ਚ, ਕਦੀ ਪੱਛਮ 'ਚ, ਚਾਰੇ ਪਾਸੇ ਦੌੜ ਕੇ ਚਾਰੇ ਪਾਸਿਓਂ ਦੁਸ਼ਮਣ ਤੇ ਫਾਇਰਿੰਗ ਕਰਦੇ ਰਹੇ। ਤਾਂ ਕਰਦੇ ਰਹੇ ਵੀ ਦੁਸ਼ਮਣ ਨੂੰ ਇਹ ਭੁਲੇਖਾ ਪਵੇ ਵੀ ਅੰਦਰ ਸਿੰਘ ਬਹੁਤ ਹਨ ਜਿਹੜੇ ਚਾਰੇ ਪਾਸੇ ਗੋਲੀ ਚਲਾ ਰਹੇ ਹਨ। ਇਹ ਜੰਗ ਦੀ ਨੀਤੀ ਹੁੰਦੀ ਹੈ। ਉਸ ਰਣਨੀਤੀ ਦੇ ਮੁਤਾਬਕ ਭਾਈ ਸੰਗਤ ਸਿੰਘ ਤੇ ਸੰਤ ਸਿੰਘ ਦੋਵੇਂ ਹੀ ਗੜੀ ਦੇ ਵਿੱਚੋਂ 10 ਲੱਖ ਵੈਰੀ ਤੇ ਸਾਰੀ ਰਾਤ ਗੋਲੀਆਂ ਚਲਾਉਂਦੇ ਰਹੇ ਨੇ। ਕਦੀ ਉਹ ਪੂਰਬ ਵਾਲੇ ਪਾਸੇ ਚਲਾ ਦਿੰਦੇ, ਕਦੀ ਪੱਛਮ ਵਾਲੇ ਪਾਸੇ, ਕਦੀ ਦੱਖਣ ਵਾਲੇ ਪਾਸੇ, ਕਦੀ ਉੱਤਰ ਵਾਲੇ ਪਾਸੇ।
ਇਸ ਤਰ੍ਹਾਂ ਲਗਾਤਾਰ ਗੋਲੀ ਭਾਈ ਸਾਹਿਬ ਸੰਤ ਸਿੰਘ ਤੇ ਸੰਗਤ ਸਿੰਘ ਜੀ ਚਲਾ ਰਹੇ ਹਨ। ਗੁਲਕਾਨ ਸੰਗਤਨ ਫੋਰ ਫੋਰ। ਵੈਰੀ ਦੀਆਂ ਛਾਤੀਆਂ ਨੂੰ ਗੋਲੀਆਂ ਨਾਲ ਪਾੜ-ਪਾੜ ਸੁੱਟਦੇ ਹਨ, ਵੈਰੀ ਦੇ ਅੰਗ ਤੋੜ-ਤੋੜ ਸੁੱਟਦੇ ਹਨ। ਕਰ ਜੰਤ ਜਥਾ ਕਨ ਕੋਰ ਕੋਰ। ਕਹਿੰਦੇ ਗੋਲੀਆਂ ਰਾਤ ਦੇ ਸਮੇਂ ਇਉਂ ਕੜਕਦੀਆਂ ਹਨ ਜਿਵੇਂ ਬੱਦਲ ਗਰਜਦੇ, ਬਿਜਲੀ ਕੜਕਦੀ ਹੈ। ਦੋਨੋਂ ਸਬੀਰ ਅਤ ਔਰ ਦੋਵੇਂ ਸੂਰਮੇ ਭਾਈ ਸੰਗਤ ਸਿੰਘ ਤੇ ਸੰਤ ਸਿੰਘ ਵੈਰੀ ਦੀਆਂ ਛਾਤੀਆਂ ਦੇ ਵਿੱਚ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਾਈ ਜਾਂਦੇ ਲਗਾਤਾਰ। ਰਣ ਸ਼ਿਵਾ ਪੁਕਾਰਤ ਠੌਰ ਠੌਰ। ਉਸ ਵੇਲੇ ਰਾਤ ਨੂੰ ਗਿੱਦੜੀਆਂ ਕੂਕਦੀਆਂ ਹਨ। ਸਾਧ ਸੰਗਤ ਜੀ ਬੜਾ ਭਿਆਨਕ ਸੀਨ ਹੈ, ਡਰਾਉਣਾ ਸੀਨ ਹੈ ਨਾ। ਚਮਕੌਰ ਦੇ ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਖਿਲ ਰਹੀਆਂ ਪਈਆਂ। ਕਿਤੇ ਇੱਲਾਂ ਸੂਰਮਿਆਂ ਦਾ ਮਾਸ ਖਾ ਰਹੀਆਂ ਨੇ, ਕਿਤੇ ਗਿੱਧਾਂ ਖਾ ਰਹੀਆਂ ਨੇ, ਕਿਤੇ ਕੁੱਤੇ ਲਾਸ਼ਾਂ ਨੂੰ ਘੜੀਸੀ ਫਿਰਦੇ ਨੇ ਤੇ ਕਿਤੇ ਗਿੱਦੜ ਘੜੀਸਦੇ ਫਿਰਦੇ ਹਨ। ਤੇ ਮੁਰਦਿਆਂ ਦੇ ਪੇਟ ਵਿੱਚੋਂ ਆਂਦਰਾਂ ਕੱਢ ਕੇ ਖਿਲਾਰੀਆਂ ਪਈਆਂ ਹਨ। ਬੜਾ ਹੀ ਡਰਾਉਣਾ ਸੀਨ ਹੈ। ਤੁਰਕਾਨ ਤੁੰਡਗਨ ਤੋਰ ਤੋਰ। ਤੁਰਕਾਂ ਦੇ ਸਿਰ ਵੱਢੇ ਪਏ ਹਨ ਤੇ ਸਿੰਘ ਗੋਲੀਆਂ ਨਾਲ ਵੀ ਵੈਰੀ ਦੇ ਸਿਰ ਪਾੜਦੇ ਹਨ, ਭੰਨਦੇ ਹਨ। ਤੇ ਤਰਾਸ ਅਗਰ ਤੇ ਮੋਰ ਮੋਰ। ਔਰ ਜਿਹੜਾ ਗੜੀ ਵੱਲ ਅਗਾਂ ਨੂੰ ਹੌਸਲਾ ਕਰਕੇ ਵਧਣ ਦੀ ਕੋਸ਼ਿਸ਼ ਕਰਦਾ ਹੈ, ਲਗਾਤਾਰ ਉਹਦੇ ਤੇ ਗੋਲੀਆਂ ਦਾ ਮੀਂਹ ਵਰਾ ਕੇ ਉਹਦਾ ਮੂੰਹ ਪਿਛਾਂ ਨੂੰ ਮੋੜ ਦਿੰਦੇ ਹਨ ਸਿੰਘ। ਖਰ ਤੀਰ ਤਰਾਤਰ ਮਾਰ ਮਾਰ। ਤਿੱਖੇ ਤੀਰ ਤਾੜ ਕਰਦੇ ਦੁਸ਼ਮਣ ਤੇ ਚੜਾਉਂਦੇ ਹਨ ਭਾਈ ਸੰਗਤ ਸਿੰਘ ਤੇ ਸੰਤ ਸਿੰਘ। ਡਿੜ ਰਹੇ ਦੁਰਗ ਤ੍ਰਿਤ ਤਾਰ ਤਾਰ। ਬੜੇ ਹੌਸਲੇ ਵਾਲੇ ਸਨ, ਧੰਨ ਸਨ ਉਹ ਸਿੰਘ ਜਿਹੜੇ ਸਾਧ ਸੰਗਤ ਜੀ ਲਗਾਤਾਰ ਜੰਗ ਕਰੀ ਜਾਂਦੇ। ਚੰਗੇ ਤੋਂ ਚੰਗਾ ਅੱਜ ਕੱਲ੍ਹ ਦਾ ਗੱਤਕੇ ਦਾ ਖਿਡਾਰੀ ਜੇ 10 ਮਿੰਟ ਲਗਾਤਾਰ ਗੱਤਕਾ ਖੇਡ ਦਵੇ ਨਾ ਤੇ ਉੱਪਰਲਾ ਸਾਹ ਉੱਪਰ ਤੇ ਥੱਲੇ ਵਾਲਾ ਥੱਲੇ, ਸਾਹ ਨਹੀਂ ਰਲਦਾ ਹੁੰਦਾ, ਮੈਂ ਦੇਖਿਆ ਹੈ। ਤੇ ਲਗਾਤਾਰ ਜੰਗ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਅਸੀਂ ਕਥਾ ਕਰ ਲੈਂਦੇ ਹਾਂ, ਸੁਣ ਲੈਂਦੇ ਹਾਂ, ਪਰ ਉਹ ਜਿਹੜੇ ਜੰਗ ਦੇ ਸੀਨ ਹਨ ਜਿਨ੍ਹਾਂ ਨਾਲ ਵਰਤਦੇ ਹਨ ਉਹੀ ਜਾਣਦੇ, ਦੂਸਰਾ ਨਹੀਂ ਕੋਈ ਜਾਣਦਾ। ਚਾਰੇ ਪਾਸੇ ਮੌਤ ਦਾ ਤਾਂਡਵ ਨਾਚ ਹੋ ਰਿਹਾ ਹੁੰਦਾ, ਉਹਦੇ ਵਿੱਚ ਦੁਸ਼ਮਣ ਨੂੰ ਕਿਸ ਤਰ੍ਹਾਂ ਹਰਾਉਣਾ ਹੈ, ਆਪਣੇ ਦਿਮਾਗ ਦਾ ਬੈਲੈਂਸ ਵੀ ਰੱਖਣਾ ਹੈ, ਹੌਸਲਾ ਵੀ ਰੱਖਣਾ ਹੈ ਤੇ ਦੁਸ਼ਮਣ ਨਾਲ ਯੁੱਧ ਵੀ ਕਰਨਾ ਹੈ। ਜੋਸ਼ ਤੇ ਹੋਸ਼ ਦੋਵੇਂ ਚਾਹੀਦੇ ਹੈ। ਧੰਨ ਗੁਰੂ ਕੇ ਸਿੰਘ ਦੋ ਹੀ ਹਨ, 10 ਲੱਖ ਦਾ ਮੁਕਾਬਲਾ ਕਰ ਰਹੇ ਹਨ। ਨਿਸਾ ਬਿਤੀ ਤਨ ਤਾਨ ਤਾਨ। ਇਸ ਤਰ੍ਹਾਂ ਤੀਰਾਂ ਦੇ ਗੋਲੀਆਂ ਦਾ ਮੀਂਹ ਵਰਾਂਦਿਆਂ ਨੂੰ ਉਹ ਰਾਤ ਸਾਰੀ ਬੀਤ ਗਈ ਹੈ ਤੇ 9 ਪੋਹ ਦਾ ਸਵੇਰਲਾ ਸੂਰਜ ਚੜਿਆ ਹੈ। ਤਜ ਤਪਕ ਤੜਾਕੇ ਠਾਨ ਠਾਨ। ਸਾਰੀ ਰਾਤ ਤਾੜ ਗੋਲੀ ਚੱਲਦੀ ਰਹੀ ਹੈ। ਬਾਹਰ ਵੀ ਜੰਗ, ਤੁਰਕ ਆਪਸ ਵਿੱਚ ਹੀ ਕਈ ਲੜ ਕੇ ਮਰ ਗਏ। ਜਦੋਂ ਮਹਾਰਾਜ ਨਿਕਲੇ ਸਨ ਤਾੜੀ ਮਾਰ ਕੇ ਤੇ ਉਸ ਵੇਲੇ ਤੁਰਕਾਂ ਨੇ ਆਪਸ ਹੀ ਆਪਣੇ ਬੰਦੇ ਇਸ ਭੁਲੇਖੇ ਨਾਲ ਵੱਢਤੇ ਵੀ ਸਿੱਖਾਂ ਦੀ ਫੌਜ ਆ ਗਈ। ਚਾਚੇ ਨੇ ਭਤੀਜਾ ਵੱਢਤਾ, ਪਿਓ ਨੇ ਪੁੱਤ ਵੱਢਤਾ, ਭਰਾ ਨੇ ਭਰਾ ਵੱਢਤਾ, ਮਾਮੇ ਨੇ ਭਾਣਜਾ ਵੱਢਤਾ, ਭਾਣਜੇ ਨੇ ਮਾਮਾ ਵੱਢਤਾ। ਆਪਸ ਵਿੱਚ ਹੀ ਤੁਰਕ ਲੜ ਕੇ ਬੜੇ ਮਾਰੇ ਗਏ। ਹੁਣ ਦਿਨ ਚੜਿਆ ਹੈ। ਮ੍ਰਿਤ ਲੱਖ ਜੋਧਾ ਹੇਰ ਹੇਰ। ਲੱਖਾਂ ਯੋਧੇ ਮੈਦਾਨੇ ਜੰਗ 'ਚ ਮਰੇ ਪਏ ਸੂਬਿਆਂ ਨੂੰ ਨਜ਼ਰ ਆਏ ਨੇ। ਥਾਂ ਤੇ ਲਾਸ਼ਾਂ ਖਿਲਰੀਆਂ ਆਪਣੇ ਬੰਦਿਆਂ ਦੀਆਂ ਹੁਣ ਦਿਸੀਆਂ ਨੇ ਦਿਨ ਵੇਲੇ। ਸੁਨ ਪ੍ਰੇਤ ਨਾਦ ਰਹਿ ਟੇਰ ਟੇਰ। ਕਹਿੰਦੇ ਭੂਤ ਪ੍ਰੇਤ ਬੜਾ ਰੌਲਾ ਪਾ ਰਹੇ ਨੇ। ਉਹਨਾਂ ਦੀ ਆਵਾਜ਼ ਭਿਆਨਕ ਡਰਾਉਣੀਆਂ ਸੀਟੀਆਂ ਜੀਆਂ ਵੱਜਦੀਆਂ ਨੇ ਹਵਾ ਦੇ ਵਿੱਚ, ਜਿਸ ਨੂੰ ਸੁਣ ਕੇ ਕਾਇਰਾਂ ਦੇ ਦਿਲ ਕੰਬ ਜਾਂਦੇ ਆ ਵੀ ਸਾਡੀ ਵੀ ਮੌਤ ਆਈ ਖੜੀ ਹੈ। ਜੰਬਕ ਪੁਕਾਰ ਕਨ ਕੂਕ ਕੂਕ। ਤੇ ਗਿੱਦੜ ਜਿਹੜੇ ਨੇ ਕੂਕਾ ਮਾਰਦੇ ਨੇ ਮੁਰਦਿਆਂ ਦਾ ਮਾਸ ਖਾ ਕੇ, ਲਹੂ ਪੀ ਕੇ। ਗੜ ਨਿਕਟ ਸ਼ਤਰੂ ਬਾਹ ਟੂਕ ਟੂਕ। ਕਹਿੰਦੇ ਗੜੀ ਦੇ ਲਾਗੇ ਹੁਣ ਦੁਸ਼ਮਣ ਵਧਣਾ ਸ਼ੁਰੂ ਹੋਇਆ, ਕਿਉਂਕਿ ਦੁਸ਼ਮਣ ਨੂੰ ਉਮੀਦ ਸੀ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਗੜੀ ਦੇ ਅੰਦਰ ਹੈ, ਕਿਉਂਕਿ ਸੰਤ ਸਿੰਘ ਦੇ ਸੀਸ ਤੇ ਕਲਗੀ ਲੱਗੀ ਹੋਈ ਦੂਰੋਂ ਦਿਸਦੀ ਸੀ। ਭੁਲੇਖਾ ਪੈਂਦਾ ਸੀ ਵੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਗੜੀ ਦੇ ਅੰਦਰ ਹੀ ਹਨ। ਇਸ ਕਰਕੇ ਇਹਨਾਂ ਨੇ ਆਪਣਾ ਸਾਰਾ ਜ਼ੋਰ ਗੜੀ ਨੂੰ ਫਤਿਹ ਕਰਨ ਤੇ ਲਾਇਆ ਹੈ। ਅਰਣੋਦ ਸਮੈਤਮ ਹਾਨ ਹਾਨ। ਜਦੋਂ ਸੂਰਜ ਚੜ੍ਹਨ ਦਾ ਟਾਈਮ ਹੋਇਆ, ਕੋਈ 7 ਵਜੇ ਸਵੇਰ 7:30 ਵਜੇ, ਤੇ ਮਾੜੀ ਲੋ ਲੱਗਣ ਲੱਗੀ ਨਾ, ਤੇ ਇਹਨਾਂ ਨੇ ਗੜੀ ਵਾਲੇ ਪਾਸੇ ਤੀਰਾਂ ਗੋਲੀਆਂ ਦਾ ਲਗਾਤਾਰ ਮੀਂਹ ਵਰਾਣਾ ਸ਼ੁਰੂ ਕਰਕੇ ਰੱਖਿਆ। ਜਗ ਉਦਿਓ ਚਾਹਤ ਤਬ ਪਾਨ ਪਾਨ। ਉਸ ਵੇਲੇ ਸੂਰਜ ਜਿਹੜਾ ਹੈ ਉਹ ਚੜ੍ਹਨ ਵਾਸਤੇ ਤਿਆਰੀ ਕਰ ਰਿਹਾ ਸੀ। ਸੂਰਜ ਦੇਵਤਾ ਦੁਨੀਆ ਦੇ ਪ੍ਰਕਾਸ਼ ਵੰਡ ਰਿਹਾ ਸੀ। ਉਹਦੀਆਂ ਪਹਿਲੀਆਂ ਰਿਸ਼ਮਾਂ 9 ਪੋਹ ਦੀ ਸਵੇਰ ਸ਼ੁਰੂ ਹੋ ਚੁੱਕੀ ਸੀ। ਨਰ ਅਲਪ ਕੋਟ ਮਹਿ ਤਾਕ ਤਾਕ। ਉਹ ਅੰਦਰ ਰਹਿ ਗਏ ਥੋੜੇ ਸਿੰਘ। ਇਸ ਗੱਲ ਦਾ ਤੁਰਕਾਂ ਨੂੰ ਹੁਣ ਅੰਦਾਜ਼ਾ ਹੋ ਗਿਆ ਸੀ ਵੀ ਗੋਲੀ ਤੋਂ ਅੰਦਾਜ਼ਾ ਲੱਗ ਰਿਹਾ ਸੀ
ਵੀ ਗੋਲੀ ਤਾਂ ਆ ਰਹੀ ਹੈ, ਤੀਰ ਤਾਂ ਆ ਰਹੇ ਆ, ਪਰ ਜਿੰਨੀ ਰਫ਼ਤਾਰ ਨਾਲ ਕੱਲ ਆਉਂਦੇ ਸੀ ਲਗਾਤਾਰ ਓਨੇ ਨਹੀਂ ਆਉਂਦੇ। ਇਹਦਾ ਮਤਲਬ ਹੈ ਗੜੀ ਦੇ ਵਿੱਚ ਬੰਦੇ 2-4 ਹੀ ਬਚੇ ਹਨ। ਗੜ ਭੇਦ ਲਹਿਓ ਸਭ ਚਾਕ ਚਾਕ। ਕਹਿੰਦੇ ਇਹਨਾਂ ਨੇ ਝਾਕ ਝਾਕ ਕੇ ਅੰਦਾਜ਼ੇ ਲਾ ਲਾ ਕੇ ਗੜੀ ਦਾ ਸਾਰਾ ਭੇਤ ਲੈਣ ਦੀ ਕੋਸ਼ਿਸ਼ ਕੀਤੀ ਵੀ ਗੜੀ ਵਿੱਚ ਕਿੰਨੇ ਕੁ ਬਚੇ ਹਨ ਗੁਰੂ ਕੇ ਸਿੱਖ। ਤੁਮ ਸਾਰ ਭਈ ਅਰ ਜਾਨ ਜਾਨ। ਜਦੋਂ ਬੈਰੀ ਨੇ ਵੇਖਿਆ ਵੀ ਹੁਣ ਸਵੇਰ ਹੋ ਗਈ ਹੈ ਤੇ ਗੜੀ ਵਿੱਚ ਥੋੜੇ ਹੀ ਬੰਦੇ ਹਨ, ਆਪਾਂ ਗੜੀ ਤੇ ਹੱਲਾ ਕਰਕੇ ਗੜੀ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰੀਏ। ਤਜ ਤਰਾਸ ਟਕੇ ਗਨ ਆਨ ਆਨ। ਹੁਣ ਇਹ ਡਰ ਲਾ ਕੇ ਸਾਰੇ ਹੀ ਇੱਕਦਮ ਹੱਲਾ ਕਰਕੇ ਨੇੜੇ ਆ ਪਏ ਗੜੀ ਦੇ। ਕਰ ਕਰਾ ਚੋਲ ਗਹਿ ਦੌਰ ਦੌਰ। ਤੇ ਤਲਵਾਰਾਂ ਖੰਡੇ ਇਹਨਾਂ ਨੇ ਫੜੇ ਹੋਏ ਨੇ, ਢਾਲਾਂ ਤਲਵਾਰਾਂ ਲੈ ਕੇ ਪੌੜੀਆਂ ਲਾਈਆਂ ਹਨ ਤੇ ਉੱਪਰ ਚੜ੍ਹਨ ਦੀ ਗੜੀ 'ਚ ਕੋਸ਼ਿਸ਼ ਕੀਤੀ ਹੈ। ਚਹੂ ਔਰ ਰੌਰ ਪਾ ਠੌਰ ਠੌਰ। ਚਾਰੇ ਪਾਸੇ ਬਿਨਾਂ ਰੌਲਾ ਪਾ ਕੇ ਮਾਰ ਲੋ ਕਰਦੇ ਹਜ਼ਾਰਾਂ ਲੱਖਾਂ ਹੀ ਆ ਪਏ ਹਨ। ਪੀਤਨ ਲਗੇ ਸੋ ਤਬ ਆਏ ਆਏ। ਤੇ ਇੱਕ ਦੋ ਹੁੰਦੇ ਤੇ ਸਿੰਘ ਰੋਕਦੇ, ਹੁਣ ਲੱਖਾਂ ਨੂੰ ਦੋ ਬੰਦੇ ਕਿੰਨਾ ਚਿਰ ਰੋਕ ਸਕਦੇ ਸਨ। ਲਗਾਤਾਰ ਤੀਰ ਗੋਲੀ ਚਲਾਉਂਦੇ ਰਹੇ ਸਿੰਘ, ਪਰ ਹਜ਼ਾਰਾਂ ਨੂੰ ਥੋੜਾ ਮਾਰਿਆ ਜਾਂਦਾ ਸੀ। ਇਸ ਕਰਕੇ ਉਹ ਕੰਧਾਂ ਦੇ ਗੜੀ ਦੀਆਂ ਕੰਧਾਂ ਦੇ ਲਾਗੇ ਆ ਕੇ ਲੱਗ ਗਏ। ਕਿਨ ਚੜਨ ਚਾਹਿਓ ਕਰ ਪਾਏ ਪਾਏ। ਤੇ ਪੌੜੀਆਂ ਲਾ ਕੇ ਉੱਤੇ ਚੜਨ ਦੀ ਕੋਸ਼ਿਸ਼ ਕਰਨ ਲੱਗੇ। ਬਿਖ ਤੁਰਕ ਮਰੇ ਗਨ ਧਾਏ ਧਾਏ। ਤੇ ਜਦੋਂ ਉਧਰੋਂ ਤੁਰਕ ਦੌੜ ਕੇ ਆਉਂਦੇ ਤੇ ਉੱਪਰ ਹੱਥ ਕਰਦੇ ਤੇ ਭਾਈ ਸੰਤ ਸਿੰਘ ਜੀ ਤਲਵਾਰ ਦੇ ਨਾਲ ਸਿਰ ਲਾ ਦਿੰਦੇ ਐ। ਜਗ ਸਿੰਘ ਅਨਕ ਕੋ ਕਾਏ ਕਾਏ। ਤੇ ਭਾਈ ਸੰਗਤ ਸਿੰਘ ਵੀ ਬੜੀ ਬਹਾਦਰੀ ਨਾਲ ਦੁਸ਼ਮਣ ਨੂੰ ਅੰਦਰ ਵੜਨ ਤੋਂ ਰੋਕ ਰਹੇ ਹਨ। ਤੇ ਪਰ ਦੁਸ਼ਮਣ ਬਹੁਤ ਜ਼ਿਆਦਾ ਸੀ, ਮਾਰੋ ਮਾਰ ਕਰਦਾ ਆ ਪਿਆ ਗੜੀ ਵਿੱਚ। ਫਿਰ ਗਏ ਸਕਲ ਨਹ ਤੀਰ ਤੀਰ। ਹੁਣ ਜਿਹੜੇ ਤੀਰ ਸੀਗੇ ਕੋਲ ਉਹ ਥੁੜ ਗਏ ਨੇ। ਤੀਰ ਪਾਦੜੀ ਛੰਦ ਚੱਲ ਰਿਹਾ। ਕਹਿੰਦੇ ਤੀਰ ਹੁਣ ਕੋਲ ਨਹੀਂ ਰਹਿ ਗਏ, ਬਹੁਤੇ ਸਿੰਘਾਂ ਕੋਲ ਥੁੜ ਗਏ ਹਨ। ਜਿਹੜੇ ਤੀਰ ਚੱਲ ਗਏ ਹਨ ਸਾਰੇ ਹੀ। ਨਿਸ ਤਜੇ ਵੇਦ ਤਨ ਵੀਰ ਵੀਰ। ਸਾਰੀ ਰਾਤ ਤੀਰ ਗੋਲੀ ਚਲਾਉਂਦੇ ਰਹੇ ਸਨ ਸਿੰਘ, ਇਸ ਕਰਕੇ ਗੋਲੀਆਂ ਵੀ ਮੁੱਕ ਗਈਆਂ ਤੇ ਤੀਰ ਵੀ ਮੁੱਕ ਗਏ। ਤਬ ਖਿੰਚੇ ਮਿਆਨ ਕਿਰਪਾਨ ਪਾਨ। ਹੁਣ ਸਿੰਘਾਂ ਨੇ ਮਿਆਨ ਚੋਂ ਤੇਗਾਂ ਖਿੱਚ ਲਈਆਂ। ਭਾਈ ਸੰਗਤ ਸਿੰਘ ਜੀ ਤੇ ਭਾਈ ਸੰਤ ਸਿੰਘ ਨੇ ਤੇਗਾਂ ਧੂ ਲਈਆਂ। ਮੁਖ ਦਾਰੁਣ ਸ਼ੇਰ ਸਮਾਨ ਮਾਨ। ਔਰ ਚਿਹਰਾ ਉਸ ਵੇਲੇ ਦੋਵਾਂ ਦਾ ਬੱਬਰ ਸ਼ੇਰ ਦੀ ਤਰ੍ਹਾਂ, ਜਿਵੇਂ ਸ਼ੇਰ ਜ਼ਖਮੀ ਹੋਇਆ ਹੁੰਦਾ ਹੈ ਨਾ ਤੇ ਬਹੁਤ ਜ਼ਿਆਦਾ ਭਿਆਨਕ ਹੋ ਜਾਂਦਾ। ਜ਼ਖਮੀ ਸ਼ੇਰ ਬਹੁਤ ਜ਼ਿਆਦਾ ਭਿਆਨਕ ਹੋ ਜਾਂਦਾ, ਫਿਰ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇਉਂ ਬੱਬਰ ਸ਼ੇਰਾਂ ਦੀ ਤਰ੍ਹਾਂ ਭਾਈ ਸੰਗਤ ਸਿੰਘ ਤੇ ਸੰਤ ਸਿੰਘ ਦੁਸ਼ਮਣ ਦੇ ਨਾਲ ਲੋਹਾ ਲੈਣ ਲੱਗੇ ਹਨ। ਵਿਖਿਆੰਤ ਬਲੋਚਨ ਲਾਲ ਲਾਲ। ਦੋਵਾਂ ਸਿੰਘਾਂ ਦੇ ਨੇਤਰ ਲਾਲ ਸੁਰਖ ਨੇ ਤੇ ਮਸ਼ਹਿਰੇ ਉਤਾਂ ਨੂੰ ਚੜ ਗਏ ਨੇ। ਗਨ ਅਰਣ ਲਖੇ ਤਸ ਕਾਲ ਕਾਲ। ਵੈਰੀਆਂ ਨੇ ਉਸ ਵੇਲੇ ਕਾਲ ਦਾ ਹੀ ਰੂਪ ਦੇਖਿਆ ਦੋਵਾਂ ਸਿੰਘਾਂ ਨੂੰ। ਇਹ ਦੋਵੇਂ ਹੀ ਸੂਰਮੇ ਕਲਗੀਧਰ ਪਾਤਸ਼ਾਹ ਦੇ ਯੋਧੇ ਵੈਰੀ ਦੇ ਲਈ ਕਾਲ ਦਾ ਰੂਪ ਧਾਰਨ ਕਰਕੇ ਆ ਗਏ ਨੇ। ਚੜ ਪੀਤ ਹੱਥ ਕੋ ਪਾਏ ਪਾਏ। ਤੇ ਜਿਹੜੇ ਬੰਦੇ ਨੇ ਹੱਥ ਉਤਾਂ ਨੂੰ ਕੀਤਾ ਹੈ ਨਾ, ਗੜੀ ਦੇ ਉੱਪਰ ਦੀਵਾਰ ਨੂੰ ਹੱਥ ਪਾਇਆ ਹੈ, ਤਬ ਹਲਾ ਹੁਲਮਖ ਗਾਏ ਗਾਏ। ਤੇ ਹੱਲੇ ਤੇ ਹੱਲਾ ਕਰਕੇ ਲਖ ਫਤਿਹ ਤੁਰਕ ਚਿਤ ਚਾਏ ਚਾਏ। ਤੁਰਕ ਅੰਦਰ ਆ ਵੜੇ ਨੇ ਵੀ ਹੁਣ ਸਾਡੀ ਫਤਿਹ ਹੋ ਗਈ ਹੈ। ਬੜੇ ਚਾਹ ਦੇ ਨਾਲ ਹਜ਼ਾਰਾਂ ਤੁਰਕ ਗੜੀ 'ਚ ਆ ਵੜੇ ਹਨ। ਬਹੁ ਪਰੇ ਕੂਦ ਤਬ ਤਾਏ ਤਾਏ। ਬਹੁਤ ਸਾਰੇ ਤੁਰਕ ਸਿਪਾਹੀ ਕੰਧਾਂ ਟੱਪ ਕੇ ਅੰਦਰ ਵੜ ਗਏ। ਜਿੰਨੇ ਕਿ ਸਿੰਘਾਂ ਕੋਲੋਂ ਮਾਰੇ ਜਾਂਦੇ ਸੀ ਉਹਨਾਂ ਨੇ ਮਾਰੇ, ਪਰ ਹੁਣ ਇਹ ਟਿੱਡੀ ਦਲ ਮੁੱਕਣ ਵਿੱਚ ਥੋੜਾ ਆ ਰਿਹਾ ਸੀ। ਜਿੰਨੇ ਮਾਰਦੇ ਉਹਨੇ ਪਿੱਛੋਂ ਹੋਰ ਆ ਜਾਂਦੇ ਸੀ। ਅਖੀਰ ਇਹ ਗੜੀ ਦੇ ਅੰਦਰ ਆ ਵੜੇ ਹਨ ਤੁਰਕ। ਸਭ ਹੁਣ ਤਰਾਸ ਕੋ ਤਿਆਗ ਤਿਆਗ। ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਨੇ ਇਹਨਾਂ ਦਾ ਮੁਕਾਬਲਾ ਕੀਤਾ, ਪਰ ਹੁਣ ਤੁਰਕਾਂ ਨੂੰ ਡਰ ਨਹੀਂ ਰਿਹਾ। ਇਹਨਾਂ ਨੂੰ ਇਦਾਂ ਲੱਗਦਾ ਹੁਣ ਦੋ ਹੀ ਰਹਿ ਗਏ ਨੇ, ਅਸੀਂ ਮਾਰ ਲਵਾਂਗੇ। ਜੁਗ ਸਿੰਘ ਖੜਗ ਤੇ ਚਾਗ ਚਾਗ। ਦੋਵੇਂ ਸਿੰਘ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਤਲਵਾਰਾਂ ਦੇ ਨਾਲ ਹੀ ਵੈਰੀ ਨੂੰ ਟੋਟੇ ਟੋਟੇ ਕਰਕੇ ਸੁੱਟੀ ਜਾਂਦੇ ਹਨ। ਕਨ ਕਾਵ ਦੇਹ ਕੋ ਲਾਗ ਲਾਗ। ਔਰ ਦੋਵਾਂ ਸਿੰਘਾਂ ਨੂੰ ਬਹੁਤ ਸਾਰੇ ਜ਼ਖਮ ਲੱਗ ਰਹੇ ਹਨ। ਢਾਲਾਂ ਤਲਵਾਰਾਂ ਬਰਛੇ ਨੇਜੇ ਤੀਰਾਂ ਗੋਲੀਆਂ ਨਾਲ ਸਰੀਰ ਛਾਨਣੀ ਹੋ ਰਹੇ ਹਨ। ਬਹਿ ਚੱਲਿਓ ਰਕਤ ਪਟ ਪਾਗ ਪਾਗ। ਕਹਿੰਦੇ ਦੋਵਾਂ ਸੂਰਮਿਆਂ ਦੇ ਸਰੀਰ ਚੋਂ ਤੁਪਕਾ ਕਰਕੇ ਖੂਨ ਨੁਚੜ ਚੱਲਿਆ ਹੈ। ਕਰ ਜੰਤ ਤਉ ਤਬ ਦੌਰ ਦੌਰ। ਤਾਂ ਵੀ ਬੱਬਰ ਸ਼ੇਰ ਤਰ੍ਹਾਂ ਗਰਜਦੇ ਨੇ। ਸਤਿ ਸ੍ਰੀ ਅਕਾਲ ਦੇ ਚਕਾਰੇ ਗਜਾਗ ਜਾ ਕੇ ਦੁਸ਼ਮਣ ਤੇ ਪੈਂਦੇ ਹਨ। ਕਾਵਨ ਅਨੇਕ ਤਬ ਠੌਰ ਠੌਰ। ਔਰ ਥਾਂ ਥਾਂ ਤੇ ਸਰੀਰ ਦੇ ਉੱਤੇ ਇੰਨੇ ਜ਼ਖਮ ਲੱਗ ਗਏ ਨੇ, ਘਾਅ ਲੱਗ ਗਏ ਨੇ ਵੀ ਜਿਵੇਂ ਕੋਈ ਸਰੀਰ ਦਾ ਅੰਗ ਨਹੀਂ ਬਚਿਆ, ਜਿੱਥੇ 2-4 ਸੱਟਾਂ ਗੋਲੀਆਂ ਤੀਰਾਂ ਬਰਛਿਆਂ ਤਲਵਾਰਾਂ ਦੇ ਫੱਟ ਨਾ ਲੱਗੇ ਹੋਣ।
ਅਸ ਝਾਰਤ ਬਖਤੇ ਮਾਰ ਮਾਰ। ਇਸ ਤਰ੍ਹਾਂ ਦੋਵੇਂ ਸੂਰਮੇ ਭਾਈ ਸੰਤ ਸਿੰਘ ਜੀ ਤੇ ਭਾਈ ਸੰਗਤ ਸਿੰਘ ਜੀ ਮਾਰ ਲੋ ਕਰਦੇ ਵੈਰੀ ਨਾਲ ਜੂਝ ਰਹੇ ਹਨ ਤੇ ਦੁਸ਼ਮਣ ਇਹਨਾਂ ਨੂੰ ਮਾਰਨ ਦੀਆਂ ਪੂਰੀਆਂ ਵਾਹਾਂ ਲਾ ਰਿਹਾ ਹੈ। ਪਬ ਕੰਤ ਸ਼ਬਦ ਤੇ ਤਾਰ ਤਾਰ। ਕਹਿੰਦੇ ਸਰੀਰ ਦੇ ਵਿੱਚੋਂ ਖੂਨ ਭੱਕ ਕਰਕੇ ਬਾਹਰ ਆ ਰਿਹਾ ਸੀ। ਤੁਰਕਾਨ ਤੁਮ ਕੋ ਕਾਟ ਕਾਟ। ਕਹਿੰਦੇ ਸਿੰਘਾਂ ਨੇ ਬਹੁਤ ਸਾਰੇ ਤੁਰਕਾਂ ਨੂੰ ਕੱਟ ਕੇ ਵੱਢ ਕੇ ਗੜੀ ਦੇ ਵਿੱਚ ਵੀ ਸੱਥਰ ਲਾ ਦਿੱਤੇ। ਮ੍ਰਿਤ ਪਿਸ ਮਾਰ ਕੇ ਫਾਟ ਫਾਟ। ਕਹਿੰਦੇ ਸੈਂਕੜਿਆਂ ਨੂੰ ਮਾਰ ਕੇ ਫਟੜ ਕਰਕੇ ਏਦਾਂ ਸਿੰਘ ਸ਼ਹੀਦੀਆਂ ਪਾਣ ਲੱਗੇ। ਰਿਪ ਆਏ ਸੈਂਕੜੇ ਘੇਰ ਘੇਰ। ਕਹਿੰਦੇ ਸੈਂਕੜੇ ਵੈਰੀ ਆ ਕੇ ਦੋਹਾਂ ਸਿੰਘਾਂ ਨੂੰ ਘੇਰ ਕੇ ਮਾਰਦੇ ਹਨ। ਜਿਮ ਚੰਦਰ ਪ੍ਰਵਾਰੇ ਹੇਰ ਹੇਰ। ਜਿਵੇਂ ਤਾਰਿਆਂ ਨੇ ਚੰਦਰਮਾ ਨੂੰ ਘੇਰ ਲਿਆ ਹੋਵੇ। ਨਿਜ ਚਰਨ ਅਗਰ ਕੋ ਡਰ ਡਰ। ਆਪਣੇ ਚਰਨ ਸਿੰਘ ਅੱਗੇ ਹੀ ਕਰਦੇ ਨੇ, ਪਿੱਛੇ ਨਹੀਂ ਮੁੜਦੇ। ਪੈਰੀ ਨੂੰ ਵੇਖ ਕੇ ਭੱਜਦੇ ਨਹੀਂ, ਬਲਕਿ ਆਉਂਦੇ ਹੋਏ ਦੁਸ਼ਮਣ ਦੇ ਸਾਹਮਣੇ ਦਹਾੜ ਕੇ ਪੈ ਜਾਂਦੇ ਨੇ। ਬਲ ਰਹਿਓ ਜਬੈ ਲਗ ਮਾਰ ਮਾਰ। ਜਦੋਂ ਸਰੀਰ ਦੇ ਵਿੱਚ ਥੋੜਾ ਬਲ ਰਹਿ ਗਿਆ, ਮਾਰ ਕੇ ਸਰੀਰ ਦੀ ਸ਼ਕਤੀ ਖਤਮ ਹੋਣ ਲੱਗ ਪਈ। ਪੁਨ ਖੜਗ ਸੈਂਕੜੇ ਕਾੜ ਕਾੜ। ਤਲਵਾਰਾਂ ਦੇ ਨਾਲ ਸੈਂਕੜੇ ਤਲਵਾਰਾਂ ਦੇ ਨਾਲ ਤੁਰਕਾਂ ਨੇ ਕੱਢ ਕੇ ਜਗ ਸਿੰਘ ਬੀਰ ਤਨ ਬਾੜ ਬਾੜ। ਸਿੰਘਾਂ ਦੇ ਟੋਟੇ ਕਰ ਦਿੱਤੇ। ਦੋਵੇਂ ਸਰੀਰ ਜਿਹੜੇ ਸਨ ਭਾਈ ਸੰਗਤ ਸਿੰਘ ਜੀ ਦੇ ਭਾਈ ਸੰਤ ਸਿੰਘ ਜੀ ਦੇ, ਵੈਰੀਆਂ ਨੇ ਟੋਟੇ ਕਿਤੋਂ ਬਾਹਾਂ ਵੱਢਤੀਆਂ, ਕਿਤੇ ਲੱਤਾਂ ਵੱਢਤੀਆਂ। ਡਿੱਗੇ ਹੋਏ ਸਰੀਰ ਦੇ ਉੱਤੇ ਵੀ ਵਾਰ ਕਰੀ ਜਾਂਦੇ ਹਨ ਤੁਰਕ। ਤਬ ਗਿਰੇ ਧਰਨ ਅਰ ਗੇਰ ਗੇਰ। ਔਰ ਕਹਿੰਦੇ ਸੈਂਕੜਿਆਂ ਨੂੰ ਮਾਰ ਕੇ ਧਰਤੀ ਤੇ ਗੜੀ ਦੇ ਅੰਦਰ ਡਿੱਗੇ ਹਨ ਦੋਵੇਂ ਸਿੰਘ ਸੂਰਮੇ। ਸਤਿ ਸ੍ਰੀ ਅਕਾਲ। ਸਭ ਖੜਗ ਪ੍ਰਹਾਰ ਹੇਰ ਹੇਰ। ਕਹਿੰਦੇ ਫਿਰ ਵੀ ਤਲਵਾਰ ਡਿੱਗੇ ਹੋਏ ਵੀ ਵਾਹੀ ਜਾਂਦੇ ਸਨ ਹੱਥਾਂ ਵਿੱਚੋਂ। ਤਲਵਾਰਾਂ ਨੰਗੀਆਂ ਛੁੱਟੀਆਂ ਨਹੀਂ ਹੱਥਾਂ ਦੇ ਵਿੱਚੋਂ। ਇਹ ਗੁਰੂ ਆਪਰਨ ਠਾਨ ਠਾਨ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਦੀ ਨਿਸ਼ਾਨੀ ਸੀ। ਕਲਗੀ ਸੀਸ ਤੇ ਸੋਭਦੀ ਸੀ। ਉਹਦਾ ਦਾ ਹੀ ਰੂਪ ਰੰਗ ਵੇਖ ਕੇ ਤੁਰਕਾਂ ਨੂੰ ਇਹੀ ਵਹਿਮ ਪੈ ਗਿਆ ਵੀ ਆਹ ਗੁਰੂ ਗੋਬਿੰਦ ਸਿੰਘ ਹੀ ਅਸੀਂ ਮਾਰ ਲਿਆ ਹੈ। ਬੜੀ ਖੁਸ਼ੀ 'ਚ ਭੰਗੜਾ ਪਾਉਣ ਲੱਗ ਪਏ, ਨੱਚਣ ਲੱਗ ਪਏ। ਲਸ਼ਕਰ ਹਤਿਓ ਤਨ ਤਾਨ ਤਾਨ। ਕਹਿੰਦੇ ਜਿਸ ਗੁਰੂ ਨੇ ਸਾਡਾ ਲਸ਼ਕਰ ਤਬਾਹ ਕਰਤਾ, ਸਾਡੀਆਂ ਲੱਖਾਂ ਫੌਜਾਂ ਤੀਰਾਂ ਨਾਲ ਮਾਰਤੀਆਂ, ਜਾਂ ਖੁਦਾ ਅੱਜ ਅਸੀਂ ਇਹਨੂੰ ਮਾਰ ਲਿਆ ਹੈ। ਤਬ ਖਵਾਜ ਮਰਦ ਚਿਤ ਚਾਏ ਚਾਏ। ਖਵਾਜਾ ਮਹਿਮੂਦ ਅਲੀ ਬਾਹਰ ਖੜਾ ਸੀ ਗੜੀ ਤੋਂ। ਅੰਦਰ ਤੇ ਵੜਦਾ ਨਹੀਂ ਸੀ, ਡਰਦਾ ਮਾਰਾ ਵੀ 10ਵੇਂ ਪਾਤਸ਼ਾਹ ਅੰਦਰ ਹੀ ਨੇ ਮਾਰ ਦੇਣਗੇ। ਹੁਣ ਉਹਨੂੰ ਖਬਰ ਮਿਲੀ ਹੈ। ਨੌਕਰਾਂ ਨੇ ਜਾ ਕੇ ਸਿਪਾਹੀਆਂ ਨੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਹੈ। ਸੁਨ ਗਿਆ ਕੋਟ ਮਹਤਾਏ ਤਾਏ। ਖਵਾਜਾ ਮਹਿਮੂਦ ਅਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਾਸ਼ ਵੇਖਣ ਵਾਸਤੇ ਗੜੀ ਵੱਲ ਬੜੇ ਸ਼ੌਂਕ ਨਾਲ ਗਿਆ ਹੈ। ਅਮਰਾਵ ਹਤਿਓ ਗਰ ਜਾਨ ਜਾਨ। ਜਦੋਂ ਸਾਰੇ ਉਮਰਾਵਾਂ ਅਫਸਰਾਂ ਨੇ ਆਲੇ ਦੁਆਲੇ ਘੇਰਾ ਕੱਤਿਆ ਹੋਇਆ ਸੀ, ਵਿੱਚ ਸੰਤ ਸਿੰਘ ਦੀ ਤੇ ਸੰਗਤ ਸਿੰਘ ਦੀ ਲਾਸ਼ ਪਈ ਹੋਈ ਸੀ, ਟੋਟੇ ਹੋਈ। ਆਲੇ ਦੁਆਲੇ ਅਫਸਰ ਖੜੇ ਸਨ। ਖਵਾਜਾ ਮਹਿਮੂਦ ਅਲੀ ਅੰਦਰ ਗੜੀ ਦੇ ਵੜਿਆ ਹੈ। ਪਹੁੰਚੇ ਸਮੀਪ ਮੁਦ ਠਾਨ ਠਾਨ। ਔਰ ਸੂਬਾ ਸਰਹੰਦ ਵਜ਼ੀਰ ਖਾਨ, ਜੇਰ ਦਸਤ ਖਾਨ, ਭੀਮ ਚੰਦ, ਵੱਡੇ ਅਫਸਰ ਜਿਹੜੇ ਸੂਬੇ ਸਨ, ਉਹ ਬੜੀ ਖੁਸ਼ੀ ਦੇ ਨਾਲ ਜਿੱਤ ਦੇ ਨਗਾਰੇ ਵਜਾਉਂਦੇ ਹੋਏ ਵੀ ਅਸੀਂ ਜਿੱਤ ਗਏ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਲੈਣਾ, ਬਸ ਅੱਜ ਸਾਡੀ ਲੜਾਈ ਖਤਮ ਹੈ। 30 ਸਾਲ ਹੋ ਗਏ ਸਾਨੂੰ, 29 ਸਾਲ ਗੁਰੂ ਨੇ ਸਾਨੂੰ ਸੁੱਖ ਦੀ ਨੀਂਦ ਸੌਣ ਨਹੀਂ ਸੀ ਦਿੱਤਾ। ਅੱਜ ਉਹ ਫਾਹ ਵੱਢ ਦਿੱਤਾ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ। ਇਸ ਖੁਸ਼ੀ ਵਿੱਚ ਸਾਰੇ ਸੂਬੇ ਗੜੀ ਦੇ ਅੰਦਰ ਵੜੇ ਹਨ। ਸੁੰਦਰ ਸਰੂਪ ਮੁਖ ਹੇਰ ਹੇਰ। ਕਹਿੰਦੇ ਸਾਹਿਬੇ ਕਮਾਲ ਉਦਾਂ ਦਾ ਹੀ ਭਾਈ ਸੰਤ ਸਿੰਘ ਹੋਰਾਂ ਦਾ ਸੋਹਣਾ ਸਰੂਪ ਸੀਗਾ। ਕਲਗੀ ਲੱਗੀ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਸਿੰਘ ਗੜੀ ਦੇ ਅੰਦਰ ਸ਼ਹੀਦ ਹੋਇਆ, ਟੋਟੇ ਹੋਏ ਪਿਆ ਹੈ। ਸਾਰਾ ਸਰੀਰ ਉਹਦਾ ਲਹੂ ਲੁਹਾਨ ਹੈ ਤੇ ਉਹਦਾ ਚਿਹਰਾ ਵੇਖ ਕੇ ਖਵਾਜਾ ਮਹਿਮੂਦ ਅਲੀ, ਸੂਬੇਦਾਰ ਵਜ਼ੀਰ ਖਾਨ, ਜੇਰ ਦਸਤ ਖਾਨ ਖੁਸ਼ ਹੋਏ ਹਨ। ਮਿਲ ਕੇ ਹਜ਼ਾਰ ਤਹ ਕੇਰ ਕੇਰ। ਹਜ਼ਾਰਾਂ ਅਫਸਰ ਤੇ ਵੱਡੇ ਛੋਟੇ ਆਲੇ ਦੁਆਲੇ ਘੇਰਾ ਪਾ ਕੇ ਖੜ ਗਏ। ਮਹਾਰਾਜ ਸਾਹਿਬ ਜੀ ਦਾ ਸਰੂਪ ਸਮਝ ਕੇ ਵੀ 10ਵੇਂ ਪਾਤਸ਼ਾਹ ਦਾ ਅਸੀਂ ਸਿਰ ਵੱਢਣਾ ਹੈ। ਉਹ ਲਾਸ਼ਾਂ ਪਈਆਂ ਨੇ ਦੋਵੇਂ, ਸੰਤ ਸਿੰਘ ਤੇ ਸੰਗਤ ਸਿੰਘ ਦੀਆਂ ਲਾਸ਼ਾਂ ਨੇ, ਪਰ ਭੁਲੇਖਾ ਪੈ ਰਿਹਾ ਵੀ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਹੈ। ਮਰਦੂਦ ਖਵਾਜਰ ਸਤਾਰ ਧਾਰ। ਖਵਾਜਾ ਮਹਿਮੂਦ ਬੜੇ ਗੁੱਸੇ ਵਿੱਚ ਸਭ ਸੋ ਪੁਕਾਰ ਕਹਿ ਬਾਰ ਬਾਰ। ਸਾਰਿਆਂ ਨੂੰ ਪੁਕਾਰ ਕੇ ਬੋਲਿਆ, ਸਿਰ ਲੇਹ ਦੋਹਨ ਕੇ ਕਾਟ ਕਾਟ। ਕਹਿਣ ਲੱਗਾ ਇਹਨਾਂ ਦੋਵਾਂ ਦੇ ਸਿਰ ਵੱਢ ਲਓ। ਇਹਨਾਂ ਦੇ ਸਿਰ ਵੱਢ ਕੇ ਤੇ ਆਪਾਂ ਬਾਦਸ਼ਾਹ ਕੋਲ ਭੇਜ ਦਈਏ, ਸਾਨੂੰ ਮੂੰਹ ਮੰਗੇ ਇਨਾਮ ਮਿਲਣਗੇ। ਤਨ ਪਖ ਹੈ ਬੇਹੰਗਮ ਬਾਟ ਬਾਟ। ਸਰੀਰ ਪਏ ਰਹਿਣ ਦਿਓ, ਇਹਨਾਂ ਦੇ ਸਰੀਰਾਂ ਨੂੰ ਚੀਲਾਂ ਤੇ ਕਾਵਾਂ ਨੇ ਖਾ ਲੈਣਾ ਹੈ ਤੇ ਆਪਾਂ ਇਹਨਾਂ ਦੇ ਸਿਰ ਵੱਢੀਏ।
ਤੇ ਉਹ ਬਾਦਸ਼ਾਹ ਕੋਲ ਛੇਤੀ ਨਾਲ ਭੇਜ ਦਈਏ। ਲਿਹ ਸ਼ਤਰ ਸਵਰਣ ਬੋਲ ਬੋਲ। ਕਹਿੰਦੇ ਸਾਰੇ ਜਿਹੜੇ ਅਫਸਰ ਹਨ ਉਹਨਾਂ ਨੇ ਊਠੜੀ ਸਵਾਰ, ਸਾਂਢਣੀ ਸਵਾਰ, ਜਿਨ੍ਹਾਂ ਨੂੰ ਕਹਿੰਦੇ ਸੁਤਰ ਸਵਾਰ, ਉਹਨਾਂ ਨੂੰ ਬੁਲਾਇਆ ਹੈ। ਕਹਿੰਦੇ ਵੀ ਤੁਸੀਂ ਆ ਜਾਓ ਤੇ ਆ ਦੋਵੇਂ ਸਿਰ ਲੈ ਕੇ ਛੇਤੀ ਨਾਲ, ਕਿਉਂਕਿ ਜਿਹੜੀ ਊਂਠ ਦੀ ਸਵਾਰੀ ਹੈ ਨਾ, ਇਹ ਪੈਂਡਾ ਬੜਾ ਕੱਢਦਾ। ਪਿਆਸਾ ਵੀ ਸਾਧ ਸੰਗਤ ਜੀ 15-15 ਦਿਨ ਊਂਠ ਮਾਰੂ ਥਲ ਦੇ ਵਿੱਚ ਬਿਨਾਂ ਪਾਣੀ ਦੇ ਤੁਰ ਲੈਂਦਾ। ਇਹ ਕੁਦਰਤ ਵੱਲੋਂ ਇਹਦੇ ਪੇਟ ਵਿੱਚ ਪਾਣੀ ਦੀ ਸਾਂਭਣ ਦੀ ਥੈਲੀ ਹੁੰਦੀ ਹੈ। ਇਹ ਪਹਿਲਾਂ ਹੀ ਇੰਨਾ ਪਾਣੀ ਪੀ ਲੈਂਦਾ ਵੀ ਇਹਨੂੰ ਉਹ 5-10 ਦਿਨ 8 ਦਿਨ ਜੇ ਬਾਅਦ ਚ ਪਾਣੀ ਨਾ ਮਿਲੇ ਤੇ ਆਪਣੇ ਅੰਦਰੋਂ ਹੀ ਇਹ ਗੁਜ਼ਾਰਾ ਕਰ ਲੈਂਦਾ। ਇਸ ਕਰਕੇ ਲੰਮੇ ਸਫ਼ਰਾਂ ਵਿੱਚ ਊਂਠ ਨੂੰ ਵਰਤਦੇ ਸਨ। ਸਾਂਢਣੀ ਸਵਾਰ ਕਹਿੰਦੇ ਸੀ ਉਹਨਾਂ ਨੂੰ। ਕਹਿੰਦੇ ਉਹ ਸੁਤਰ ਸਵਾਰਾਂ ਨੂੰ ਬੁਲਾਓ ਤੇ ਉਹਨਾਂ ਨੂੰ ਆਖੋ ਵੀ ਇਹ ਦੋਵੇਂ ਸਿਰ ਬਾਦਸ਼ਾਹ ਕੋਲ ਪਹੁੰਚਾ ਦੇਣ। ਦਿਨ ਰਾਤ ਚਲਹਿ ਮਗ ਟੋਲ ਟੋਲ। ਦਿਨ ਰਾਤ ਤੁਰਦੇ ਰਹਿਣ ਤਾਂ ਕਿ ਛੇਤੀ ਨਾਲ ਬਾਦਸ਼ਾਹ ਨੂੰ ਇਹ ਖੁਸ਼ਖਬਰੀ ਦਿੱਤੀ ਜਾ ਸਕੇ ਕਿ ਹਿੰਦੂਆਂ ਦਾ ਗੁਰੂ ਅਸੀਂ ਗੜੀ ਚਮਕੌਰ ਚ ਘੇਰ ਕੇ ਮਾਰ ਲਿਆ ਹੈ। ਟਿਕ ਸ਼ਾਹ ਪਹੁੰਚ ਹੈ ਤਾਏ ਤਾਏ। ਗੁਰੂ ਗੋਬਿੰਦ ਸਿੰਘ ਦਾ ਸਿਰ ਲੈ ਕੇ ਬਾਦਸ਼ਾਹ ਕੋਲ ਪਹੁੰਚਾਣਾ ਹੈ। ਛੇਤੀ ਨਾਲ ਇਹ ਖੁਸ਼ਖਬਰੀ ਬਾਦਸ਼ਾਹ ਨੂੰ ਦੇਣੀ ਹੈ। ਦੇਖ ਰਾਹ ਸੀਸ ਬਲ ਗਾਏ ਗਾਏ। ਬਾਦਸ਼ਾਹ ਕੋਲ ਜਾ ਕੇ ਗੁਰੂ ਗੋਬਿੰਦ ਸਿੰਘ ਦਾ ਸੀਸ ਵਿਖਾਓ ਤੇ ਗੁਰੂ ਗੋਬਿੰਦ ਸਿੰਘ ਦੇ ਬਲ ਦੀ ਉੱਥੇ ਗੱਲ ਚੱਲੇਗੀ ਤੇ ਦੱਸਿਆ ਜੇ ਵੀ ਬੜੀ ਮੁਸ਼ਕਲ ਨਾਲ ਮਾਰਿਆ ਹੈ। ਇਹ ਹਤਿਆ ਗੁਰੂ ਰਣ ਘੇਰ ਘੇਰ। ਏਦਾਂ ਵਧਾ ਚੜਾ ਕੇ ਦੱਸਣਾ ਹੈ ਵੀ ਇਸ ਤਰ੍ਹਾਂ ਬੜੀ ਔਖੀ ਹੋ ਕੇ ਲੜਾਈ ਜਿੱਤੀ ਗਈ ਹੈ। ਇਹ ਕੋਈ ਸੌਖਾ ਕੰਮ ਨਹੀਂ ਸੀ। ਅਸੀਂ ਬੜੀ ਮੁਸ਼ਕਲ ਨਾਲ ਉਹਨੂੰ ਅਨੰਦਪੁਰ ਦੇ ਕਿਲੇ ਚੋਂ ਬਾਹਰ ਕੱਢਿਆ ਤੇ ਫਿਰ ਅਸੀਂ ਉਹਦੇ ਨਾਲ ਚਮਕੌਰ ਦੀ ਗੜੀ ਚ ਬੜੀ ਬਹਾਦਰੀ ਨਾਲ ਲੜੇ ਆ ਤੇ ਫਿਰ ਅਸੀਂ ਉਹਨੂੰ ਘੇਰ ਕੇ ਮਾਰਿਆ ਹੈ। ਇਹ ਗੱਲਾਂ ਬਾਈ ਵੱਧ ਚੜ ਕੇ ਦੱਸਣੀਆਂ ਬਾਦਸ਼ਾਹ ਨੂੰ। ਸਾਡਾ ਸਾਰਿਆਂ ਦਾ ਦੱਸਣਾ ਵੀ ਸੂਬੇ ਸਰਹੰਦ ਨੇ ਕੀ ਕੀਤਾ, ਲਾਹੌਰ ਵਾਲੇ ਸੂਬੇ ਨੇ ਕਿੰਨਾ ਜ਼ੋਰ ਲਾਇਆ, ਪਹਾੜੀ ਰਾਜਾ ਨੇ ਕਿੰਨਾ ਜ਼ੋਰ ਲਾਇਆ, ਕਸ਼ਮੀਰ ਦੇ ਸੂਬੇ ਦਾ, ਜਲੰਧਰ ਦੇ ਸੂਬੇ ਦਾ, ਦਿੱਲੀ ਦੇ ਸੂਬੇ ਦਾ, ਸਾਰਿਆਂ ਦਾ ਦੱਸਣਾ ਵੀ ਉਹਨਾਂ ਨੇ ਬੜੀ ਬਹੁਤ ਬਹਾਦਰੀ ਨਾਲ ਲੜਾਈ ਜਿੱਤੀ ਹੈ। ਤਰਸ ਪੱਟ ਸੋ ਲੱਖ ਹੋ ਗੇਰ ਗੇਰ। ਗੁਰੂ ਗੋਬਿੰਦ ਸਿੰਘ ਨੇ ਸਾਡੇ ਲੱਖਾਂ ਬੰਦੇ ਮਾਰਤੇ, ਇਹ ਵੀ ਦੱਸਣਾ ਹੈ। ਜੀ ਦੀਨ ਕੀਨਤਰ ਵਾਰ ਵਾਰ। ਸੋ ਇਹਨਾਂ ਸਾਧ ਸੰਗਤ ਦੀ ਸ਼ੇਰ ਜਿਹੜੇ ਮੁਹੰਮਦ ਸੀਗੇ ਜਾਂ ਆਪਣਾ ਵਜ਼ੀਰ ਖਾਨ ਸੂਬਾ ਸਰਹੰਦ ਦਾ, ਤੇ ਇਹ ਸਾਰੇ ਇਕੱਠੇ ਹੋ ਗਏ ਲਾਸ਼ ਦੇ ਆਲੇ ਦੁਆਲੇ। ਫਿਰ ਇਹਨਾਂ ਨੇ ਕਾਇਰਾਂ ਵਾਲਾ, ਬੁਜਦਿਲਾਂ ਵਾਲਾ ਸਭ ਤੋਂ ਘਟੀਆ ਕੰਮ ਕੀਤਾ ਵੀ ਲਾਸ਼ਾਂ ਦੇ ਵੀ ਸਿਰ ਵੱਢੇ। ਦੋਵਾਂ ਸਿਰਾਂ ਨੂੰ ਲਾਇਆ ਧੜ ਦੇ ਨਾਲੋਂ। ਭਾਈ ਸੰਗਤ ਸਿੰਘ ਦਾ ਵੀ ਸਿਰ ਵੱਢ ਲਿਆ ਤੇ ਸੰਤ ਸਿੰਘ ਦਾ ਵੀ ਵੱਢ ਲਿਆ। ਸਿਰ ਲਏ ਕਾਟ ਤਰ ਡਰ ਡਰ। ਕਹਿੰਦੇ ਸਰੀਰ ਵੱਖਰੇ ਕਰਤੇ ਤੇ ਸਿਰ ਵੱਖਰੇ ਕਰਤੇ, ਧਾਰ ਤਲਵਾਰ ਮਾਰ ਕੇ ਤੇ ਉਹਨਾਂ ਨੂੰ ਇੱਕ ਡੱਬੇ 'ਚ ਪਾ ਕੇ ਤੇ ਬਾਦਸ਼ਾਹ ਵਾਲੇ ਪਾਸੇ ਤੋਰ ਦਿੱਤਾ ਹੈ। ਦੇ ਛਤਰ ਸੌਰ ਹਰ ਕਾਰ ਕਾਰ। ਊਠਾਂ ਦੇ ਜਾਣ ਵਾਲੇ ਸਵਾਰਾਂ ਨੂੰ ਆਖਿਆ ਵੀ ਦੇਰ ਨਹੀਂ ਲਾਣੀ, ਛੇਤੀ ਨਾਲੇ ਸਾਡੀ ਜਿਹੜੀ ਹੈ ਪੇਸ਼ਕਸ਼ ਬਾਦਸ਼ਾਹ ਦੇ ਦਰਬਾਰ 'ਚ ਪੇਸ਼ ਕਰਨੀ। ਚਿੱਠੀ ਵੀ ਲਿਖ ਦਿੱਤੀ ਹੈ ਵੀ ਬਾਦਸ਼ਾਹ ਸਲਾਮਤ, ਅਸੀਂ ਫਲਾਣੇ ਸੂਬੇਦਾਰਾਂ ਨੇ ਬੜਾ ਜ਼ੋਰ ਲਾ ਕੇ ਗੁਰੂ ਨੂੰ ਮਾਰ ਲਿਆ ਹੈ ਤੇ ਇਹ ਤੁਹਾਡੇ ਲਈ ਬੜੀ ਖੁਸ਼ਖਬਰੀ ਹੈ ਕਿ ਜਿਹੜਾ 30 ਸਾਲ ਤੋਂ ਬਾਕੀ ਕਾਬੂ ਨਹੀਂ ਸੀ ਆਉਂਦਾ ਉਹ ਅਸੀਂ ਕਾਬੂ ਕਰ ਲਿਆ। ਭਾਵ ਸਣੇ ਪਰਿਵਾਰ ਦੇ ਬੱਚਿਆਂ ਦੇ ਸਮੇਤ ਮਾਰ ਦਿੱਤਾ ਹੈ। ਕਰ ਸ਼ਿਗਰ ਬਲੰਬ ਬਸਾਰ ਸਾਰ। ਕਹਿੰਦੇ ਬੜੀ ਛੇਤੀ ਨਾਲ, ਦੇਰੀ ਛੱਡ ਕੇ ਇਹ ਤੁਸੀਂ ਸਿਰ ਜਿਹੜੇ ਨੇ ਬਾਦਸ਼ਾਹ ਕੋਲ ਪਹੁੰਚਾ ਦਿਓ। ਉਹਨਾਂ ਸਾਂਢਣੀ ਸਵਾਰਾਂ ਨੂੰ, ਊਠਾਂ ਦੇ ਸਵਾਰਾਂ ਨੂੰ ਖਵਾਜਾ ਮਹਿਮੂਦ ਅਲੀ ਨੇ ਤਾਕੀਦੀ ਹੁਕਮ ਕੀਤਾ ਹੈ। ਮਗ ਚਲੇ ਜਾਹੁ ਨਿਤ ਦੌਰ ਦੌਰ। ਬਈ ਦੌੜੇ ਜਾਣਾ, ਰੁਕਣਾ ਨਹੀਂ ਕਿਤੇ ਵੀ। ਬਾਦਸ਼ਾਹ ਕੋਲ ਛੇਤੀ ਤੋਂ ਛੇਤੀ ਗੁਰੂ ਗੋਬਿੰਦ ਸਿੰਘ ਦਾ ਸਿਰ ਪਹੁੰਚਾ ਦਿਓ। ਕਹਿ ਸ਼ਾਹ ਫਤਿਹ ਕਹ ਠੌਰ ਠੌਰ। ਤੇ ਥਾਂ ਥਾਂ ਤੇ ਦੱਸਦੇ ਜਾਓ, ਦਿੱਲੀ 'ਚ ਵੀ ਦੱਸ ਜਾਣਾ ਤੇ ਹੋਰ ਵੀ ਜਿੰਨੇ ਸੂਬੇ ਨੇ ਖਬਰ ਭੇਜ ਦਿਓ ਵੀ ਬਾਦਸ਼ਾਹ ਦੀ ਜਿੱਤ ਹੋ ਗਈ ਹੈ। ਸ਼ਹਿਨਸ਼ਾਹ ਔਰੰਗਜ਼ੇਬ ਨੂੰ ਵਧਾਈ ਦਿਓ ਵੀ ਤੁਹਾਡੀ ਜਿੱਤ ਹੋ ਗਈ। ਲੜਾਈ ਤਾਂ ਬੜੀ ਲੰਮੀ ਸੀ, ਮੁੱਕਣ ਵਾਲੀ ਨਹੀਂ ਸੀ ਸਾਡੇ ਕੋਲੋਂ, ਪਰ ਅੱਲਾ ਨੇ ਮਿਹਰ ਕੀਤੀ ਹੈ ਵੀ ਅਸੀਂ ਜੰਗ ਜਿੱਤ ਲਿਆ ਤੇ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ। ਸਿਰ ਦਏ ਪੇਚ ਚਿਤ ਚਾਏ ਚਾਏ। ਇਹ ਦੋਵੇਂ ਸਿਰ ਇਹਨਾਂ ਨੇ ਫਟਾਫਟ ਚਾਹ ਦੇ ਨਾਲ, ਬੜੀ ਕਾਹਲੀ ਦੇ ਨਾਲ ਪਾ ਕੇ ਨਾ ਕਿਸੇ ਡੱਬੇ ਦੇ ਵਿੱਚ ਬੰਦ ਕਰਕੇ ਤੇ ਉਹ ਸਾਂਢਣੀ ਸਵਾਰਾਂ ਨੂੰ ਦਿੱਤੇ ਆ ਵੀ ਇਹ ਸਿਰ ਤੁਸੀਂ ਬਾਦਸ਼ਾਹ ਦੇ ਕੋਲ ਔਰੰਗਾਬਾਦ ਦੱਖਣ ਦੇਸ਼ ਵਿੱਚ ਪਹੁੰਚਾ ਦਿਓ। ਚਾਹ ਦੇਸ਼ਨ ਦ੍ਰਿਸ਼ਟ ਦ੍ਰਿਗ ਲਾਏ ਲਾਏ। ਸੋ ਚਾਰੇ ਪਾਸੇ ਸਾਧ ਸੰਗਤ ਜੀ ਇਹਨਾਂ ਨੇ ਨਿਗਾਹ ਮਾਰੀ ਹੈ। ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ, ਲਾਸ਼ਾਂ ਹੀ ਲਾਸ਼ਾਂ ਤੇ ਨਾਰ ਖਾਂ ਵਰਗੀਆਂ ਵੱਡੇ ਵੱਡੇ ਯੋਧਿਆਂ ਦੀਆਂ ਲਾਸ਼ਾਂ ਪਈਆਂ ਹਨ। ਉਹ ਜਦੋਂ ਵੇਖਦੇ ਹਨ ਤੇ ਇਹਨਾਂ ਨੂੰ ਨਮੋਸ਼ੀ ਵੀ ਬੜੀ ਹੁੰਦੀ ਹੈ।
ਵੀ ਬਾਦਸ਼ਾਹ ਨੇ ਇਹ ਵੀ ਪੁੱਛਣਾ ਹੈ ਵੀ ਇਹ 40 ਬੰਦਿਆਂ ਨੂੰ ਮਾਰਨ ਗਏ ਸੀ ਤੇ ਹਜ਼ਾਰਾਂ ਲੱਖਾਂ ਆਪਣੇ ਮਰਵਾ ਆਏ ਹੋ, ਤੇ ਉਹਦਾ ਕੀ ਜਵਾਬ ਦੇਾਂਗੇ। ਪਰ ਚਲੋ ਇੰਨਾ ਚੰਗਾ ਹੋਇਆ ਵੀ ਗੁਰੂ ਗੋਬਿੰਦ ਸਿੰਘ ਸਾਡੇ ਕਾਬੂ ਆ ਗਿਆ, ਅਸੀਂ ਮਾਰ ਲਿਆ ਹੈ। ਖਗ ਮਾਸ ਖਾਤ ਹੈ ਥਾਨ ਥਾਨ, ਕਹਿੰਦੇ ਥਾਂ ਥਾਂ ਉੱਤੇ ਮੁਰਦਿਆਂ ਦਾ ਮਾਸ ਇੱਲਾਂ ਖਾ ਰਹੀਆਂ ਨੇ, ਕੁੱਤੇ ਖਾ ਰਹੇ ਨੇ, ਗਿੱਦੜ ਖਾ ਰਹੇ ਨੇ, ਲਾਸ਼ਾਂ ਨੂੰ ਘੜੀਸੀ ਫਿਰਦੇ ਨੇ। ਇੰਨੀਆਂ ਲਾਸ਼ਾਂ ਇਹਨਾਂ ਕੋਲੋਂ ਸਾਂਭੀਆਂ ਨਹੀਂ ਜਾਂਦੀਆਂ। ਗਣਗ੍ਰਿਜ ਕਾਕ ਮੁਦ ਮਾਨ ਮਾਨ, ਥਾਂ ਥਾਂ ਤੇ ਗਿੱਧਾਂ ਤੇ ਕਾਵਾਂ ਦੀ ਮੌਜ ਲੱਗੀ ਹੋਈ ਹੈ। ਗਿੱਧਾਂ ਤੇ ਕਾਵਾਂ ਤੇ ਇੱਲਾਂ ਤੇ ਗਿੱਦੜ ਤੇ ਕੁੱਤੇ ਰੱਜ ਰੱਜ ਕੇ ਢਿੱਡ ਭਰਤੇ ਹਨ। ਸੂਰਮਿਆਂ ਦਾ ਮਾਸ ਖਾਣ ਨੂੰ ਮਿਲਿਆ ਹੈ। ਰੰਗੀਨ ਭੂਮਿਕਾ ਲਾਲ ਲਾਲ, ਚਮਕੌਰ ਸਾਹਿਬ ਦੀ ਧਰਤੀ ਲਾਲੋ ਲਾਲ ਹੋਈ ਪਈ ਹੈ, ਲਾਲ ਰੰਗ ਵਿੱਚ ਰੰਗੀ ਹੋਈ ਹੈ। ਬ੍ਰਿਤ ਪਰੇ ਕਾਵਤਨ ਚਾਲ ਚਾਲ, ਆਲੇ ਦੁਆਲੇ ਮੀਲਾਂ 'ਚ ਲਾਸ਼ਾਂ ਹੀ ਲਾਸ਼ਾਂ, ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ ਨੇ। ਬੜੀ ਦੂਰ ਤੱਕ ਜੰਗ ਹੋਇਆ ਹੈ। ਤਨ ਛਿੰਨ ਭਿੰਨ ਬਹੁ ਸੂਰ ਸੂਰ, ਕਹਿੰਦੇ ਸੂਰਮਿਆਂ ਦੇ ਸਰੀਰ ਟੋਟੇ ਟੋਟੇ ਹੋਏ ਪਏ ਹਨ। ਮੈਦਾਨੇ ਜੰਗ ਵਿੱਚ ਸੂਰਮੇ ਵੀ ਮਰੇ ਪਏ ਨੇ, ਘੋੜੇ ਵੀ ਬਹੁਤ ਮਰੇ ਪਏ ਨੇ। ਨਿਜ ਸਵਾਮ ਧਰਮ ਕੋ ਪੂਰ ਪੂਰ, ਆਪਣੇ ਆਪਣੇ ਮਾਲਕ ਵਾਸਤੇ ਆਪੋ ਆਪਣਾ ਜ਼ੋਰ ਲਾ ਕੇ ਸ਼ਹੀਦੀਆਂ ਪਾ ਗਏ। ਉਹ ਜਿਹੜੇ ਤੁਰਕਾਂ ਦੇ ਸਿਪਾਹੀ ਹਜ਼ਾਰਾਂ ਲੱਖਾਂ ਮਾਰੇ ਗਏ ਨੇ, ਉਹ ਵੀ ਆਪਣੇ ਮਾਲਕ ਦਾ ਲੂਣ ਖਾ ਕੇ, ਜਿਨ੍ਹਾਂ ਤੋਂ ਤਨਖਾਹਾਂ ਲੈਂਦੇ ਸੀ, ਉਹਨਾਂ ਵਾਸਤੇ ਆਪਣੀਆਂ ਜਾਨਾਂ ਵਾਰ ਗਏ ਨੇ। ਤੇ ਜਿਹੜੇ 40 ਸਿੰਘ ਤੇ 2 ਸਾਹਿਬਜ਼ਾਦੇ ਸਨ, ਉਹ ਵੀ ਆਪਣੇ ਗੁਰਦੇਵ ਸੱਚੇ ਪਾਤਸ਼ਾਹ ਦੇ ਸਨਮੁਖ ਸੁਰਖਰੂ ਹੋ ਗਏ ਨੇ। ਆਪਣੇ ਸੀਸ ਗੁਰੂ ਨੂੰ ਭੇਟਾ ਕਰਕੇ ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਭਾਵੈ। ਉਹਨਾਂ ਨੇ ਆਪਣੇ ਗੁਰਦੇਵ ਦੀ ਖੁਸ਼ੀ ਲੈਣ ਵਾਸਤੇ, ਆਪਣੇ ਸੱਚਖੰਡ ਦੇ ਦਰਵਾਜ਼ੇ ਖੋਲਣ ਵਾਸਤੇ ਸ਼ਹੀਦੀਆਂ ਪਾਈਆਂ ਹਨ। ਅਮਰਾਵ ਰਹੇ ਔਰ ਚੂਰ ਚੂਰ, ਕਹਿੰਦੇ ਸੂਬੇਦਾਰ ਵਜ਼ੀਰ ਖਾਨ, ਸੂਬੇਦਾਰ ਜ਼ੇਰਦਸਤ ਖਾਨ, ਸ਼ੇਰ ਅਫਗਾਨ, ਵੱਡੇ ਵੱਡੇ ਅਫਸਰ ਜਿਹੜੇ ਖੜੇ ਸਨ, ਭੀਮ ਚੰਦ ਵਰਗੇ ਰਾਜੇ ਤੇ ਖਵਾਜਾ ਮਰਦੂਦ ਅਲੀ ਵਰਗੇ, ਸਾਰੇ ਝੂਰੀ ਜਾਂਦੇ, ਮਨ ਵਿੱਚ ਝੂਰਦੇ ਹਨ ਆਪਣੀਆਂ ਲਾਸ਼ਾਂ ਵੇਖ ਕੇ, ਆਪਣੇ ਨੁਕਸਾਨ ਨੂੰ ਵੇਖ ਕੇ, ਕਿ ਸਾਡੀਆਂ ਇੰਨੀਆਂ ਫੌਜਾਂ ਗੁਰੂ ਨੇ ਇੱਕੋ ਦਿਨ 'ਚ ਤਬਾਹ ਕਰਤੀਆਂ, ਇੰਨੀ ਬਰਬਾਦੀ ਕਰਾਤੀ। ਸਾਡੀ ਰਾਤ ਵੀ ਸਾਨੂੰ ਲੜਾਈ ਕਰਾ ਕੇ ਆਪਸ 'ਚ ਹੀ ਲੜਾ ਕੇ ਮਰਵਾਤਾ। ਇਸ ਗੱਲ ਦਾ ਤੁਰਕਾਂ ਨੂੰ ਬੜਾ ਗੁੱਸਾ ਹੈ, ਪਰ ਥੋੜਾ ਜਿਹਾ ਉਹਨਾਂ ਦੇ ਮਨ ਨੂੰ ਸਕੂਨ ਵੀ ਮਿਲ ਗਿਆ ਵੀ ਚੰਗਾ ਹੋਇਆ ਵੀ ਅਸੀਂ ਗੁਰੂ ਨੂੰ ਮਾਰ ਲਿਆ ਹੈ। ਹਾਲਾਂਕਿ ਉਹਨਾਂ ਦਾ ਭੁਲੇਖਾ ਹੈ ਬੜਾ ਵੱਡਾ, ਭੁਲੇਖੇ 'ਚ ਜੀ ਰਹੇ ਨੇ। ਜਿਹਨਾਂ ਨੂੰ ਮਾਰਨਾ ਸੀ ਉਹਦਾ ਕਦੋਂ ਉਹਦੇ ਮਾਛੀਵਾੜੇ ਵੀ ਪਹੁੰਚ ਗਏ ਸਤਿਗੁਰੂ ਕਲਗੀਧਰ ਪਾਤਸ਼ਾਹ, ਪਰ ਭੁਲੇਖਾ ਇਹ ਪਿਆ ਵੀ ਸੰਤ ਸਿੰਘ ਨੂੰ ਹੀ ਗੁਰੂ ਗੋਬਿੰਦ ਸਿੰਘ ਸਮਝ ਕੇ ਇਹ ਬੜੇ ਲੱਡੂ ਭੋਰੀ ਜਾਂਦੇ ਵੀ ਚਲੋ ਹੁਣ ਅਸੀਂ ਜੰਗ ਜਿੱਤ ਲਿਆ ਹੈ। ਦਲ ਬ੍ਰਿੰਦ ਦਇਆ ਕਰ ਚੂਰ ਚੂਰ, ਮਨ ਵਿੱਚ ਝੂਰਦੇ ਨੇ, ਕਹਿੰਦੇ ਗੁਰੂ ਨੇ ਸਾਡਾ ਦਲ ਚੂਰ ਚੂਰ ਕਰ ਦਿੱਤਾ ਹੈ। ਗੁਰੂ ਨੇ ਸਾਡੀ ਫੌਜ ਦੀ ਬੜੀ ਤਬਾਹੀ ਕੀਤੀ ਹੈ। ਐਡਾ ਡਾਢਾ ਸੀ ਵੀ ਇੱਕ ਦਿਨ ਦੇ ਵਿੱਚ ਲੱਖਾਂ ਨੂੰ ਮਾਰ ਦਿੰਦਾ ਸੀ। ਇਹ ਅਲਪ ਸਿੰਘਰਣ ਮਾਂਡ ਮਾਂਡ, ਇਹ ਥੋੜੇ ਜਿਹੇ ਬੰਦੇ ਲੈ ਕੇ ਤੇ ਸਾਡੇ ਨਾਲ 10 ਲੱਖ ਨਾਲ ਮੱਥਾ ਲਾਈ ਰੱਖਿਆ। ਸਾਰਾ ਦਿਨ ਸਾਨੂੰ ਗੜੀ ਦੇ ਨੇੜੇ ਨਹੀਂ ਆਉਣ ਦਿੱਤਾ। ਕੱਲ ਉਸਨੇ ਗਲਕਾਨ ਬਾਨ ਕਨ ਛਾੜ ਛਾੜ, ਕੰਨਾਂ ਦੇ ਖਿੱਚ ਖਿੱਚ ਤੀਰ ਮਾਰਦਾ ਸੀ ਤੇ ਇੱਕ ਇੱਕ ਤੀਰ ਉਹਦਾ 10 ਚੋਂ ਲੰਘ ਜਾਂਦਾ ਸੀ। ਲਸ਼ਕਰ ਮਹਾਨ ਕੋ ਹਾਨ ਹਾਨ, ਸਾਡੀਆਂ ਸਰਕਾਰੀ ਫੌਜਾਂ ਨੂੰ ਉਹਨੇ ਤਬਾਹ ਕਰਤਾ। ਬਹੁਤ ਜ਼ਿਆਦਾ ਬਰਬਾਦੀ ਕੀਤੀ ਸਾਡੇ ਬੰਦਿਆਂ ਦੀ ਤੇ ਘੋੜਿਆਂ ਦੀ। ਪੇ ਬ੍ਰਿਤ ਕਤਉ ਸੋ ਕਿਰਪਾਨ ਪਾਨ, ਕਹਿੰਦੇ ਹੁਣ ਦੇਖੋ ਸਾਹਮਣੇ ਮਰਿਆ ਪਿਆ ਹੈ, ਇਹਨੇ ਸਾਡਾ ਬੜਾ ਨੁਕਸਾਨ ਕੀਤਾ। ਭਾਈ ਸੰਤ ਸਿੰਘ ਦੀ ਲਾਸ਼ ਵੱਲ ਦੇਖ ਕੇ ਨਾ ਏਦਾਂ ਦੀਆਂ ਗੱਲਾਂ ਕਰਦੇ ਹਨ ਤੁਰਕ। ਆਚਰਜ ਮਹਦ ਕੋ ਕਾਲ ਕਾਲ, ਕਹਿੰਦੇ ਹੈਰਾਨੀ ਬੜੀ ਹੁੰਦੀ ਹੈ ਵੀ ਇਹਨੂੰ ਪਤਾ ਨਹੀਂ ਕਿਹੜੀ ਮਿੱਟੀ ਦਾ ਇਹ ਬਣਿਆ ਹੋਇਆ ਸੀ। ਸਾਡੇ ਅੱਗੇ ਸਾਡੀ ਈਨ ਨਹੀਂ ਸੀ ਮੰਨਦਾ, ਘਬਰਾਉਂਦਾ ਨਹੀਂ ਸੀ, ਡਰਦਾ ਨਹੀਂ ਸੀ। ਇਹ ਹਰ ਵੇਲੇ ਲੜਾਈ ਨੂੰ ਤਿਆਰ ਵਰ ਤਿਆਰ ਰਹਿੰਦਾ ਸੀ। ਨਹ ਫਿਰੇ ਪਾਸ਼ ਪਗ ਹਾਲ ਹਾਲ, ਕਹਿੰਦੇ ਇਹ ਕਦੀ ਵੀ ਜੰਗ 'ਚ ਪੈਰ ਨਹੀਂ ਸੀ ਪਿੱਛੇ ਕਰਦਾ। ਜਦੋਂ ਵੀ ਇਹਨੂੰ ਲੜਾਈ ਦਾ ਮੌਕਾ ਮਿਲਦਾ ਸੀ ਨਾ ਤੇ ਉਸੇ ਵੇਲੇ ਖੜਾ ਹੋ ਜਾਂਦਾ ਸੀ। ਜਿੱਥੇ ਵੀ ਇਹ ਦੇਖਿਆ, ਭੰਗਾਣੀ ਦਾ ਜੰਗ ਹੋਇਆ, ਨਦੌਣ ਦਾ ਜੰਗ ਹੋਇਆ, ਅਨੰਦਪੁਰ ਸਾਹਿਬ ਤੇ ਬੜੀਆਂ ਹੀ ਲੜਾਈਆਂ ਹੋਈਆਂ। ਉਹ ਜਿਹੜੀ ਵੀ ਜੰਗ ਤੁਰਕਾਂ ਨਾਲ ਹੋਈ ਜਾਂ ਪਹਾੜੀ ਰਾਜਿਆਂ ਨਾਲ, ਉਹਨਾਂ ਨੂੰ ਇਹ ਤਜਰਬਾ ਸੀ ਵੀ ਗੁਰੂ ਗੋਬਿੰਦ ਸਿੰਘ ਨੇ ਕਦੀ ਵੀ ਕਸਰ ਨਹੀਂ ਵਿਖਾਈ ਵੀ ਚਲੋ ਟਾਲਾ ਕਰ ਜਾਂਦੇ ਆ ਲੜਾਈ ਦਾ। ਬਲਕਿ ਗੁਆਂਢਾਂ ਦੇ ਕੋਲੋਂ ਲੰਘਦੀ ਹੋਵੇ ਨਾ ਲੜਾਈ ਤੇ ਆਵਾਜ਼ ਮਾਰ ਕੇ ਕਹਿੰਦਾ ਸੀ ਵੀ ਸਾਡੇ ਘਰ ਵੀ ਗੇੜਾ ਮਾਰ ਕੇ ਜਾਈ। ਇਹੋ ਜਿਹਾ ਸੀ ਸਾਡਾ ਗੁਰੂ। ਇਮ ਤੁਰਕ ਹੈਰਾਨੇ ਹੋਏ ਹੋਏ, ਤੁਰਕ ਹੈਰਾਨ ਹੋ ਰਹੇ ਨੇ ਇਸ ਗੱਲ ਤੋਂ
ਵੀ ਇਹਨੇ ਕਦੀ ਈਨ ਨਹੀਂ ਮੰਨੀ, ਇਹਨੇ ਕਦੀ ਲੜਾਈ ਦਾ ਟਾਲਾ ਨਹੀਂ ਕੀਤਾ। ਰਣ ਖੇਤ ਵਿਚਰ ਪਟ ਜੋਏ ਜੋਏ। ਤੇ ਆਪਣੀ ਫੌਜ ਦੇ ਮਰੇ ਹੋਏ ਜਵਾਨਾਂ ਨੂੰ ਹੁਣ ਵੇਖਦੇ ਫਿਰਦੇ ਅਫਸਰ ਵੀ ਕਿਹੜਾ ਕਿਹੜਾ ਬਚਿਆ, ਕਿਹੜਾ ਕਿਹੜਾ ਮਰਿਆ ਹੈ। ਨਿਜ ਡੇਰਨ ਮਹਤਬ ਆਏ ਆਏ। ਇਸ ਤਰ੍ਹਾਂ ਗੜੀ ਵਿੱਚੋਂ ਭਾਈ ਸੰਤ ਸਿੰਘ ਤੇ ਸੰਗਤ ਸਿੰਘ ਦੇ ਸੀਸ ਵੱਢ ਕੇ ਤੇ ਇਹ ਬਾਕੀ ਲਾਸ਼ਾਂ ਜਿਹੜੀਆਂ ਪਈਆਂ ਸੀ ਆਪਣੀਆਂ ਸਾਂਭਣ ਸੁੰਭਣ ਦੇ ਚੱਕਰ ਵਿੱਚ ਬਾਹਰ ਨਿਕਲੇ। ਪਰ ਇੰਨੀਆਂ ਲਾਸ਼ਾਂ ਸਾਂਭੀਆਂ ਕਿੱਥੇ ਜਾਂਦੀਆਂ, ਤੇ ਅਖੀਰ ਨੂੰ ਇਹ ਸਾਰੇ ਆਪਣੇ ਤੰਬੂਆਂ 'ਚ ਆ ਗਏ ਵਾਪਸ। ਮੇਰੇ ਕਰਹ ਬਾਤ ਹਿਤ ਪਾਏ ਪਾਏ। ਫਿਰ ਇਹਨਾਂ ਨੇ ਵੱਡੇ ਵੱਡੇ ਅਫਸਰਾਂ ਨੇ ਮੀਟਿੰਗ ਸੱਦੀ, ਸੂਬਾ ਸਰਹੰਦ, ਸੂਬਾ ਲਾਹੌਰ ਤੇ ਭੀਮ ਚੰਦ ਰਾਜਾ, ਖਵਾਜਾ ਮਹਿਮੂਦ ਅਲੀ, ਸ਼ੇਰ ਮੁਹੰਮਦ ਮਲੇਰਕੋਟਲੇ ਵਾਲਾ, ਇਹ ਸਾਰੇ ਫਿਰ ਅਫਸਰ ਬੈਠੇ ਸਲਾਹਾਂ ਕਰਦੇ ਹਨ। ਪਰ ਖੰਤ ਗੁਰੂ ਵਿੱਚ ਕੋਏ ਕੋਏ। ਕਹਿੰਦੇ ਆਪਾਂ ਦੇਖੀਏ ਵੀ ਇਹ ਗੁਰੂ ਗੋਬਿੰਦ ਸਿੰਘ ਹੀ ਸੀ ਕਿ ਹੋਰ ਸੀ ਕੋਈ। ਇਹ ਤੇ ਵਿੱਚ ਥੋੜਾ ਜਿਹਾ ਆਪਾਂ ਨੂੰ ਵਿਚਾਰ ਲੈਣਾ ਚਾਹੀਦਾ, ਕਿਤੇ ਇਹ ਨਾ ਹੋਵੇ ਵੀ ਜਿਵੇਂ ਆਨੰਦਪੁਰ ਚੋਂ ਚਕਮਾ ਦੇ ਕੇ ਰਾਤ ਨਿਕਲ ਗਿਆ ਸੀ, ਇੱਥੋਂ ਵੀ ਨਾ ਨਿਕਲ ਗਿਆ ਹੋਵੇ। ਰਾਤੀ ਰੌਲਾ ਵੀ ਪੈਂਦਾ ਸੀ ਵੀ ਗੁਰੂ ਜਾ ਰਿਹਾ, ਗੁਰੂ ਜਾ ਰਿਹਾ, ਤੇ ਉਹ ਰੌਲੇ ਵਿੱਚ ਕੀ ਪਤਾ ਸੱਚੀ ਮੁੱਚੀ ਜਿਉਂਦਾ ਨਿਕਲ ਨਾ ਗਿਆ ਹੋਵੇ। ਸੇ ਕਹਿਤ ਸਭਨ ਡਿਗ ਦੋਏ ਹੋਏ। ਕਹਿੰਦੇ ਕੋਲ ਹੋ ਕੇ ਇੱਕ ਦੂਜੀ ਨਾਲ ਗੱਲਾਂ ਕਰਦੇ ਹਨ ਕੰਨਾਂ ਦੇ ਵਿੱਚ, ਵੀ ਆਪਾਂ ਕਿਤੇ ਝੂਠੀ ਰਿਪੋਰਟ ਨਾ ਭੇਜ ਦਈਏ ਬਾਦਸ਼ਾਹ ਨੂੰ, ਕਿਤੇ ਇਹ ਨਾ ਹੋਵੇ ਕੱਲ ਨੂੰ ਬਾਦਸ਼ਾਹ ਵੱਲੋਂ ਝਿੜਕਾਂ ਪੈਣ ਵੀ ਤੁਸੀਂ ਗਲਤ ਬੰਦਾ ਵੱਢ ਕੇ ਭੇਜਤਾ, ਇਹ ਤਾਂ ਗੁਰੂ ਗੋਬਿੰਦ ਸਿੰਘ ਹੈ ਹੀ ਨਹੀਂ। ਇਸ ਕਰਕੇ ਸੂਬਿਆਂ ਨੂੰ ਅਜੇ ਡਾਊਟ ਹੈ ਤੇ ਦੁਬਿਧਾ 'ਚ ਪਏ ਹੋਏ ਨੇ। ਇਹ ਸੀਸ ਗੁਰਨ ਕੇ ਨਾਹੇ ਨਾਹੇ। ਤੇ ਵਿੱਚੋਂ ਫਿਰ ਇੱਕ ਬੰਦਾ ਕਹਿਣ ਲੱਗਾ ਵੀ ਨਹੀਂ, ਇਹ ਸਾਨੂੰ ਪੱਕੀ ਗਰੰਟੀ ਹੈ ਗੁਰੂ ਗੋਬਿੰਦ ਸਿੰਘ ਦਾ ਸਿਰ ਨਹੀਂ ਹੈ। ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਕੇਸ ਬੜੇ ਲੰਮੇ ਸੀ। ਇਹਦੀ ਦਸਤਾਰ ਖੋਲ ਕੇ ਵੇਖੋ ਵੀ ਇਹਦੇ ਕੇਸ ਓਡੇ ਹਨ ਕਿ ਨਹੀਂ ਹਨ। ਤਾਂ ਜਦੋਂ ਭਾਈ ਸੰਗਤ ਸੰਤ ਸਿੰਘਾਂ ਦੇ ਦੁਮਾਲੇ ਖੋਲੇ ਦੇ ਵਿੱਚੋਂ ਉਹ ਓਡਾ ਵੱਡਾ ਜੂੜਾ ਨਾ ਨਿਕਲਿਆ। ਕਹਿੰਦੇ ਇਹ ਨਹੀਂ ਹੈ, ਗੁਰੂ ਗੋਬਿੰਦ ਸਿੰਘ ਦਾ ਤਾਂ ਸਰੂਪ ਹੋਰ ਤਰ੍ਹਾਂ ਦਾ ਸੀ, ਇਹ ਤਾਂ ਸਾਡੇ ਨਾਲ ਕੋਈ ਧੋਖਾ ਹੋ ਗਿਆ ਹੈ। ਇਹ ਭੇਜ ਹਰਖ ਔਰ ਕਾਹੇ ਕਾਹੇ। ਕਹਿੰਦੇ ਆਪਾਂ ਇਹਨੂੰ ਭੇਜ ਕੇ ਕਾਹਦੀ ਖੁਸ਼ੀ ਮਨਾਉਣ, ਜਿਹਨੂੰ ਫੜਨਾ ਸੀ ਉਹਦੇ ਬਾਜ ਉਡਾਰੀ ਮਾਰ ਗਿਆ ਹੈ, ਉਹਦਾ ਨਹੀਂ ਆਇਆ ਕਾਬੂ। ਫਿਰ ਜਿਹੜੀ ਇਹਨਾਂ ਦੀ ਸਾਧ ਸੰਗਤ ਦੀ 10 ਮਿੰਟ ਦੀ ਖੁਸ਼ੀ ਬਣੀ ਸੀ ਨਾ, ਉਹ ਫੇਰ ਸਾਰੀ ਉੱਥੇ ਰਹਿ ਗਈ। ਫੇਰ ਰੰਗ ਉੱਡ ਗਿਆ ਚਿਹਰੇ ਦਾ। ਕਹਿ ਛਟਾ ਨਾ ਲੇਹ ਉਪਾਏ ਪਾਏ। ਕਹਿੰਦੇ ਕਿਤੇ ਸਾਨੂੰ ਇਹਦੀ ਨਮੋਸ਼ੀ ਨਾ ਚੱਲਣੀ ਪਵੇ। ਬਾਦਸ਼ਾਹ ਨੇ ਪੁੱਛਣਾ ਵੀ ਤੁਸੀਂ ਇਹ ਕੀ ਕੀਤਾ ਹੈ, ਤੇ ਫਿਰ ਕੀ ਜਵਾਬ ਦੇਾਂਗੇ। ਜਿਵੇਂ ਪਾਰਦ ਦਬਾ ਨਾ ਤਾਏ ਤਾਏ। ਜਿਵੇਂ ਪਾਰੇ ਨੂੰ ਜਿੰਨਾ ਮਰਜ਼ੀ ਕੋਈ ਦਬਾਵੇ, ਪਾਰਾ ਉੱਪਰ ਨੂੰ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਕਿਸੇ ਦੇ ਦਬਾਇਆ ਦੱਬਣ ਵਾਲਾ ਹੈ ਨਹੀਂ। ਤਿਮ ਗੁਰ ਸਰੂਪ ਲਿਹ ਜਾਨ ਜਾਨ। ਏਦਾਂ ਆਪਸ ਚ ਗੱਲਾਂ ਕਰਦੇ ਨੇ ਵੀ ਗੁਰੂ ਦਾ ਸਰੂਪ ਜਿਹੜਾ ਹੈ ਨਾ, ਉਹ ਪਾਰੇ ਦੀ ਤਰ੍ਹਾਂ ਉੱਪਰ ਜਾਣ ਵਾਲਾ ਹੀ ਹੈ, ਥੱਲੇ ਜਾਣ ਵਾਲਾ ਨਹੀਂ ਹੈ। ਨਹ ਮਰਿਓ ਭਰਮ ਦੇਹ ਹਾਨ ਹਾਨ। ਉਹ ਪੱਕੀ ਗੱਲ ਹੈ, ਉਹ ਜਿਉਂਦਾ ਹੈ। ਇਹ ਮਨ ਚੋਂ ਵਹਿਮ ਕੱਢ ਦਿਓ ਵੀ ਰਾਤ ਕੱਲ ਮਾਰਿਆ ਗਿਆ, ਮਾਰਿਆ ਨਹੀਂ ਗਿਆ। ਉਹ ਜਿਉਂਦਾ। ਇਹ ਤਾਂ ਕੋਈ ਹੋਰ ਬੰਦਾ ਹੈ ਜਿਹੜਾ ਗੁਰੂ ਦੀ ਥਾਂ ਤੇ ਗੁਰੂ ਦੇ ਕੱਪੜੇ ਪਾ ਕੇ ਬੈਠਾ ਹੈ। ਜਬ ਨਿਕਸ ਰੌਰ ਕਰ ਠੌਰ ਠੌਰ। ਜਦੋਂ ਇਸ ਤਰ੍ਹਾਂ ਬਾਹਰ ਨਿਕਲ ਕੇ ਇਹਨਾਂ ਨੇ ਮੀਟਿੰਗ ਕੀਤੀ ਤੇ ਫਿਰ ਰੌਲਾ ਪੈ ਗਿਆ ਵੀ ਉਹ ਜਿਹੜੀ ਖਬਰ ਸੀ ਝੂਠੀ ਸੀ, ਆਪਾਂ ਜਿਹੜੀਆਂ ਆਸਾਂ ਲਾਈ ਬੈਠੇ ਸਾਂ ਉਹ ਤੇ ਗਲਤ ਸਨ। ਗੁਰੂ ਤਾਂ ਕਿਤੇ ਰਾਤ ਚਕਮਾ ਦੇ ਕੇ ਸਾਨੂੰ ਹਨੇਰੇ ਦਾ ਫਾਇਦਾ ਉਠਾ ਕੇ ਨਿਕਲ ਗਿਆ ਹੈ। ਕੋਰਨ ਸੋ ਲਗੇ ਤਬ ਦੌਰ ਦੌਰ। ਹੁਣ ਫਿਰ ਘੋੜਿਆਂ ਦੇ ਫੌਜਾਂ ਸਵਾਰ ਹੋ ਗਈਆਂ ਤੇ ਆਲੇ ਦੁਆਲੇ ਪਿੰਡਾਂ ਦੀ ਤਲਾਸ਼ੀ ਕਰੋ। ਚਮਕੌਰ ਦੇ ਨੇੜੇ 20-30 ਮੀਲ 40 ਮੀਲ ਜਿੰਨੇ ਪਿੰਡ ਹਨ, ਇਹਨਾਂ ਨੂੰ ਘੇਰਾ ਪਾ ਲਓ। ਕੋਈ ਬੰਦਾ ਬਾਹਰ ਨਾ ਜਾਵੇ ਆਪਣੇ ਘਰ ਤੋਂ, ਤੇ ਜੇ ਕੋਈ ਸੜਕ ਤੇ ਲੱਭੇ ਤੇ ਉਹਨੂੰ ਫੜ ਕੇ ਉਹਦਾ ਪੂਰੀ ਤਰ੍ਹਾਂ ਉਹਦੀ ਤਸਦੀਕ ਕਰੋ ਵੀ ਬੰਦਾ ਕੌਣ ਹੈ। ਤੇ ਕਰਫਿਊ ਆਰਡਰ ਜਿਵੇਂ ਅੱਜ ਕੱਲ੍ਹ ਲਾ ਦਿੰਦੇ ਆ, ਇਦਾਂ ਲੁਧਿਆਣੇ ਤੱਕ ਇਧਰ ਸਾਰਾ ਇਲਾਕਾ ਇੱਕ ਸੀਲ ਕਰ ਦਿਓ, ਸਰਹੰਦ ਤੱਕ ਕਿਸੇ ਪਾਸੇ ਵੀ ਗੁਰੂ ਜਾ ਸਕਦਾ। ਸੋ ਇਹ ਇੰਨੀ ਜ਼ਿਆਦਾ ਫੌਜ ਹੈ, ਇਹਨੂੰ ਕੀ ਕਰਨਾ, ਇਹ 100-100 200-200 ਬੰਦਾ ਹਰ ਪਿੰਡ ਦੇ ਵਿੱਚ ਜਾਵੇ ਤੇ ਪਿੰਡਾਂ ਨੂੰ ਘੇਰੇ ਪਾ ਲਵੋ। ਗੁਰ ਬਾਹਰ ਗਏ ਤਬ ਜੋਏ ਜੋਏ। ਗੁਰੂ ਨਿਕਲ ਗਿਆ ਹੈ। ਇਹਦੇ ਵਿੱਚ ਆਪਾਂ ਨੂੰ ਹੁਣ ਬਹੁਤਾ ਵਹਿਮ ਨਹੀਂ ਕਰਨ ਦੀ ਲੋੜ ਵੀ ਮਾਰਿਆ ਗਿਆ ਹੈ। ਉਹਦਾ ਆਪਾਂ ਗਲਤ ਭੁਲੇਖਾ ਖਾ ਗਏ ਸੀ। ਗੁਰੂ ਸੱਚੀ ਮੁੱਚੀ ਜਿਉਂਦਾ ਹੈ। ਜਿਹੜੀ ਰਾਤ ਤਾੜੀ ਵੱਜੀ ਸੀ ਔਰ ਆਵਾਜ਼ ਆਈ ਸੀ ਵੀ ਪੀਰੇ ਹਿੰਦ ਮੇ ਰਵਦ, ਤੇ ਉਸ ਤੋਂ ਬਾਅਦ ਬੰਦੇ ਵੀ ਤੀਰ ਦੇ ਨਾਲ 2 ਮਿਸਾਲ 'ਚ ਮਰੇ ਸਨ ਤੇ ਆਪਸ 'ਚ ਲੜ ਕੇ ਬੰਦੇ ਬੜੇ ਮਰੇ ਸਨ। ਉਹ ਜਿਹੜਾ ਰਾਤ ਰੌਲਾ ਪਿਆ ਸੀ ਉਹ ਸੱਚਾ ਸੀ। ਆਪਾਂ ਰਾਤ ਉਹ ਰੌਲਾ ਵੇਖਿਆ ਸੁਣਿਆ ਹੈ। ਗੁਰੂ ਸੱਚੀ ਮੁੱਚੀ ਗੜੀ ਚੋਂ ਨਿਕਲ ਗਿਆ ਹੈ।
ਆ ਜਿਹੜੇ ਦੋ ਬੰਦੇ ਮਿਲੇ ਨੇ ਇਹ ਗੁਰੂ ਨਹੀਂ ਸੀ ਬਲਕਿ ਗੁਰੂ ਦੇ ਸਿੱਖ ਸੀ। ਇਹ ਭੇਦ ਲਖਤ ਹੈ ਕੋਏ ਕੋਏ, ਪਰ ਇਸ ਗੱਲ ਦਾ ਭੇਦ ਕੋਈ ਕੋਈ ਜਾਣਦਾ ਹੈ। ਇਮ ਸੁਨਿਓ ਸਭਨ ਭ੍ਰਮ ਠਾਨ ਠਾਨ। ਇਹ ਤਾਂ ਜਦੋਂ ਸਾਧ ਸੰਗਤ ਜੀ ਸਾਰਿਆਂ ਨੇ ਸੁਣਿਆ, ਵੱਡੇ ਛੋਟੇ ਅਫਸਰਾਂ ਨੇ, ਸਾਰਿਆਂ ਦੀ ਜਿਹੜੀ ਖੁਸ਼ੀ 2 ਮਿੰਟ ਬਣੀ ਸੀ ਨਾ ਵਿਚਾਰਿਆਂ ਦੀ, ਉਹ ਸਾਰੀ ਕਾਫੂਰ ਹੋ ਗਈ, ਉੱਡ ਗਈ। ਤੇ ਹੁਣ ਫੇਰ ਇਹਨਾਂ ਨੂੰ ਉਹ ਵਹਿਮ ਪੈ ਗਿਆ ਵੀ ਹੁਣ ਕੀ ਕਰੀਏ, ਗੁਰੂ ਜੇ ਨਿਕਲ ਗਿਆ, ਪੜਿਆ ਨਾ ਗਿਆ, ਸਾਡੇ ਘੇਰੇ ਚੋਂ ਸਾਫ਼ ਨਿਕਲ ਗਿਆ ਤੇ ਸਾਡੀ ਬੜੀ ਬਦਨਾਮੀ ਹੋਵੇਗੀ, ਬਾਦਸ਼ਾਹ ਦੇ ਸਾਹਮਣੇ ਮੂੰਹ ਦਿਖਾਉਣ ਜੋਗੇ ਨਹੀਂ ਹੋਵਾਂਗੇ, ਤੇ ਲੋਕ ਵੀ ਕਹਿਣਗੇ ਵੀ ਇੰਨੀ ਦੁਨੀਆ ਮਰਵਾ ਕੇ ਵੀ ਤੁਸੀਂ ਗੁਰੂ ਨੂੰ ਫੜ ਨਹੀਂ ਸਕੇ। ਇਸ ਕਰਕੇ ਬੜੇ ਜ਼ਿਆਦਾ ਦੁਖੀ ਹੋਏ ਨੇ ਸੂਬੇ। ਉਮਰਾਵ ਮਿਲੇ ਪਨ ਆਨ ਆਨ, ਕਹਿੰਦੇ ਸਾਰੇ ਅਫਸਰ ਇਕੱਠੇ ਹੋਏ, ਸਾਰਿਆਂ ਨੇ ਫਿਰ ਮੀਟਿੰਗ ਸੱਦੀ। ਕਰਤੇ ਸਲਾਹ ਮਤ ਬੋਲ ਬੋਲ, ਸਾਰੇ ਸਲਾਹ ਕਰਦੇ ਇੱਕ ਦੂਜੀ ਨੂੰ ਵੇ ਕਰੀਏ, ਦੂਜਾ ਕਹਿੰਦਾ ਇਉਂ ਕਰੀਏ, ਤੀਜਾ ਕਹਿੰਦਾ ਇਉਂ ਕਰੀਏ। ਖਵਾਜਾ ਮਹਿਮੂਦ ਅਲੀ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ, ਜੇਲ੍ਹ ਦਸਤ ਲਾਹੌਰ ਦਾ ਸੂਬੇਦਾਰ, ਇਸੇ ਤਰ੍ਹਾਂ ਭੀਮ ਚੰਦ 22 ਧਾਰ ਦੇ 22 ਰਾਜੇ ਤੇ ਬੜੇ ਬੜੇ ਹੋਰ ਅਫਸਰ ਜਿਹੜੇ ਸੂਬੇਦਾਰ, ਨਵਾਬ, ਜਨਰਲ, ਕਰਨਲ ਸਾਰੇ ਇਕੱਠੇ ਹੋਏ ਹਨ। ਕਰ ਗਹਿਨ ਅਚੇਤ ਲਿਹੁ ਟੋਲ ਟੋਲ, ਕਹਿਣ ਲੱਗੇ ਇਹ ਮੌਕਾ ਫੇਰ ਨਹੀਂ ਹੱਥ ਆਣਾ। ਬੇਸ਼ੱਕ ਗੁਰੂ ਰਾਤ ਨਿਕਲ ਗਿਆ ਪਰ ਗਿਆ ਤਾਂ ਨੇੜੇ ਹੀ ਹੋਵੇਗਾ ਨਾ। ਰਾਤੋਂ ਰਾਤ ਕਿੰਨਾ ਤੁਰ ਲੇਗਾ, 50 ਮੀਲ ਵੱਧ ਤੋਂ ਵੱਧ ਬੰਦਾ ਤੁਰ ਸਕਦਾ। ਜੇ ਗੁਰੂ ਗਿਆ ਵੀ ਹੋਵੇਗਾ ਤੇ ਲਾਗੇ 30-40 ਪਿੰਡ ਦੇ ਪਿੰਡਾਂ 'ਚ ਕਿਤੇ ਹੋਵੇਗਾ। ਆਪਾਂ ਸਿੱਖਾਂ ਦੇ ਘਰਾਂ ਦੀਆਂ ਤਲਾਸ਼ੀਆਂ ਲਈਏ ਜਿੱਥੇ ਸਾਨੂੰ ਉਮੀਦ ਹੈ ਵੀ ਇੱਥੇ ਗੁਰੂ ਜਾ ਸਕਦਾ। ਜਿਹੜੇ ਪਿੰਡਾਂ ਦੇ ਵਿੱਚ, ਉਹਨਾਂ ਸਾਰੇ ਪਿੰਡਾਂ ਦੇ ਵਿੱਚ ਆਪਾਂ ਫੌਜਾਂ ਭੇਜ ਦਈਏ ਤੇ ਘਰ ਘਰ ਦੇ ਵਿੱਚ ਤਲਾਸ਼ੀ ਕਰੀਏ ਤੇ ਇਹ ਵੀ ਢੰਡੋਰਾ ਪਿੱਟ ਦਈਏ ਵੀ ਗੁਰੂ ਗੋਬਿੰਦ ਸਿੰਘ ਨੂੰ ਫੜਾਉਣ ਵਾਲੇ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ। ਦਲ ਪਸਰ ਜਾਏ ਸਭ ਥਾਨ ਥਾਨ, ਇਹ ਹੁਣ ਸਾਰੀ ਫੌਜ ਨੂੰ ਪਿੰਡਾਂ ਦੇ ਵਿੱਚ ਖਿਲਾਰ ਦਿਓ, ਥਾਂ ਥਾਂ ਤੇ 100-100 200-200 ਤੇ ਜਥੇ ਬਣਾ ਦਿਓ ਫੌਜ ਦੇ। ਉਹ ਜਾ ਕੇ ਪਿੰਡਾਂ ਦੇ ਵਿੱਚ ਗੁਰੂ ਦੀ ਭਾਲ ਕਰਨਗੇ। ਗਲ ਪੀਰ ਫਕੀਰਨ ਜਾਨ ਜਾਨ, ਜਿਹੜੇ ਪੀਰਾਂ ਫਕੀਰਾਂ ਦੇ ਡੇਰੇ ਹਨ ਉੱਥੇ ਵੀ, ਕਿਉਂਕਿ ਮੁਸਲਮਾਨ ਵੀ ਕਈ ਗੁਰੂ ਨੂੰ ਬੜਾ ਮੰਨਦੇ ਹਨ। ਜਿਹੜੇ ਮੁਸਲਮਾਨ ਸੂਫੀ ਫਕੀਰ ਨੇ ਉਹ ਵੀ ਗੁਰੂ ਨਾਲ ਬੜੀ ਹਮਦਰਦੀ ਰੱਖਦੇ ਹਨ। ਉਹਨਾਂ ਦੇ ਵੀ ਅੱਖ ਰੱਖੋ ਵੀ ਕਿਤੇ ਕਿਸੇ ਡੇਰੇ 'ਚ ਨਾ ਗੁਰੂ ਬੈਠਾ ਹੋਵੇ ਜਾਂ ਕਿਤੇ ਸਿੱਖਾਂ ਦੇ ਘਰਾਂ 'ਚ ਨਾ ਲੁਕਿਆ ਹੋਵੇ। ਜਿੱਥੇ ਜਿੱਥੇ ਵੀ ਉਮੀਦ ਹੈ ਉੱਥੇ ਉੱਥੇ ਫੌਜਾਂ ਲਾ ਕੇ ਸਖਤੀ ਨਾਲ ਪਤਾ ਕਰੋ। ਗੁਰੂ ਗੋਬਿੰਦ ਸਿੰਘ ਨੂੰ ਆਪਾਂ 1-2 ਦਿਨਾਂ 'ਚ ਫੜ ਸਕਦੇ ਹਾਂ, ਜੇ ਫੜ ਲਈਏ ਤਾਂ ਚੰਗਾ, ਜੇ ਕਿਤੇ ਦੂਰ ਨਿਕਲ ਗਿਆ ਤੇ ਫੌਜਾਂ ਹੋਰ ਬਣਾ ਲੇਗਾ, ਫਿਰ ਉਹ ਸਾਡੇ ਕਾਬੂ ਨਹੀਂ ਆਵੇਗਾ। ਪਰ ਗ੍ਰਾਮ ਜਹਾਂ ਕਹ ਚੀਨ ਚੀਨ, ਆਲੇ ਦੁਆਲੇ ਪਿੰਡਾਂ ਸ਼ਹਿਰਾਂ ਵਿੱਚ ਪੂਰੀ ਨਿਗਾਹ ਰੱਖੀਏ, ਪੂਰੀ ਤਫਤੀਸ਼ ਕਰੀਏ। 100-100 ਮੀਲ 50-50 ਮੀਲ ਤੱਕ ਇਹ ਫੌਜਾਂ ਭੇਜ ਦਿਓ। ਜਿੱਥੇ ਜੀ ਗੁਰੂ ਦੇ ਜਾਣ ਦਾ ਖਦਸ਼ਾ ਹੈ ਉੱਥੇ ਹੀ ਗੁਰੂ ਦੀ ਭਾਲ ਕਰੋ। ਨਰ ਬ੍ਰਿੰਦ ਬਟੋਰੋ ਬੀਨ ਬੀਨ, ਚੰਗੇ ਚੰਗੇ ਸਿਆਣੇ ਸਿਆਣੇ ਬੰਦੇ ਅਫਸਰ ਫੌਜ ਦੀ ਟੁਕੜੀਆਂ ਤੇ ਲਾ ਦਿਓ। ਉਹਨਾਂ ਨੂੰ ਕਹੋ ਵੀ ਬੜੀ ਸਤਰਕਤਾ ਰੱਖਣੀ ਹੈ, ਕੋਈ ਅਵੇਸਲਾਪਣ ਨਹੀਂ ਕਰਨਾ, ਕੋਈ ਢਿੱਲ ਨਹੀਂ ਵਿਖਾਣੀ। ਇਹ ਬਾਦਸ਼ਾਹ ਦੀ ਇੱਜ਼ਤ ਦਾ ਸਵਾਲ ਹੈ, ਸਾਡੀ ਇੱਜ਼ਤ ਦਾ ਸਵਾਲ ਹੈ। ਗੁਰੂ ਗੋਬਿੰਦ ਸਿੰਘ ਜਿਉਂਦਾ ਨਿਕਲ ਜਾਵੇ, ਇਸ ਤੋਂ ਵੱਡੀ ਨਮੋਸ਼ੀ ਸਾਡੇ ਵਾਸਤੇ ਦੁਨੀਆ ਤੇ ਕੋਈ ਨਹੀਂ ਹੈ। ਨਿਕ ਸੈਨਾ ਬੇਸ ਕੋ ਤਾਰ ਤਾਰ, ਕਿਤੇ ਕੋਈ ਭੇਸ ਬਦਲ ਕੇ ਨਾ ਨਿਕਲ ਜਾਵੇ, ਕੋਈ ਕਿਸੇ ਤਰ੍ਹਾਂ ਦੇ ਕੱਪੜੇ ਪਾ ਕੇ ਹੋਰ ਸਾਧੂ ਸੰਤ ਬਣ ਕੇ ਨਾ ਨਿਕਲ ਜਾਵੇ ਗੁਰੂ ਕਿਤੇ। ਨਰ ਉਹ ਪ੍ਰਾਨ ਲਖ ਸਾਰ ਸਾਰ, ਕਹਿੰਦੇ ਆਪਾਂ ਪੁਰਾਣੇ ਸਿਆਣੇ ਬੰਦੇ, ਚੰਗੇ ਬੰਦੇ ਅਫਸਰ ਜਿਹੜੇ ਨੇ ਉਹ ਸਾਰੇ ਇਸ ਕੰਮ ਦੇ ਉੱਤੇ ਲੱਗ ਜਾਈਏ। ਕੋਈ ਵੀ ਇਹ ਨਾ ਸੋਚੇ ਵੀ ਅੱਜ ਆਰਾਮ ਕਰ ਲਈਏ। ਆਰਾਮ ਕੀਤਾ ਤੇ ਆਪਾਂ ਗਏ ਸਮਝੋ। ਆਪਾਂ ਆਰਾਮ ਨਹੀਂ ਕਰਨਾ। ਅੱਜ ਗੁਰੂ ਨੂੰ ਕੱਲ ਤੱਕ ਫੜਨ ਦੀ ਕੋਸ਼ਿਸ਼ ਕਰੀਏ। ਲਿਹੋ ਜਾਮਨੀ ਸੋ ਦੇਹੋ ਛੋੜ ਛੋੜ, ਕਹਿੰਦੇ ਜਿਹੜਾ ਬੰਦਾ ਵੀ ਮਿਲੇ ਉਹਨੂੰ ਰੋਕ ਲਓ। ਜੇ ਉਹਦੀ ਕੋਈ, ਜਿਵੇਂ ਅੱਜ ਕੱਲ ਕੋਈ ਆਇਡੈਂਟੀ ਕਾਰਡ ਹੁੰਦੇ ਨੇ, ਜਾਂ ਉਦੋਂ ਤੇ ਇਹ ਨਹੀਂ ਸੀ ਹੁੰਦੇ, ਉਦੋਂ ਫਿਰ ਕੋਈ ਪਿੰਡਾਂ ਦੇ ਜਿਹੜੇ ਚੌਧਰੀ ਹੁੰਦੇ ਸੀ ਜਾਂ ਨੰਬਰਦਾਰ ਹੁੰਦੇ ਸੀ, ਉਹਨਾਂ ਦੀ ਜਾਮਣੀ ਲੈਂਦੇ ਸੀ ਵੀ ਤੁਹਾਡੇ ਪਿੰਡ ਦਾ ਬੰਦਾ। ਉਹ ਕਹਿੰਦੇ ਹਾਂ ਜੀ ਸਾਡੇ ਪਿੰਡ ਦਾ ਬੰਦਾ, ਵੀ ਛੱਡ ਦਿਓ। ਤੇ ਜੇ ਕਿਸੇ ਦੀ ਕੋਈ ਜਾਮਣੀ ਨਾ ਲਵੇ ਉਹਨੂੰ ਨਾ ਛੱਡੋ, ਉਹਨੂੰ ਪੜ੍ਹ ਕੇ ਰੱਖੋ। ਜਿੰਨਾ ਚਿਰ ਉਹਦੀ ਕੋਈ ਆਇਡੈਂਟੀਫਾਈ ਨਹੀਂ ਹੁੰਦਾ ਵੀ ਇਹ ਕੌਣ ਹੈ, ਉਹਨਾਂ ਚਿਰ ਬੰਦਾ ਛੱਡਣਾ ਨਹੀਂ ਕੋਈ। ਇਹ ਹੁਕਮ ਦਿੱਤਾ ਸਰਕਾਰ ਨੇ। ਪਰ ਗ੍ਰਾਮ ਭਲੇ ਇਮ ਟੋਰ ਟੋਰ, ਸਾਰੇ ਪਿੰਡਾਂ ਸ਼ਹਿਰਾਂ ਵਿੱਚ 50-50 100-100 ਮੀਲ ਆਲੇ ਦੁਆਲੇ, ਲੁਧਿਆਣੇ ਵਾਲੇ ਪਾਸੇ ਵੀ, ਸਰਹੰਦ ਵਾਲੇ ਪਾਸੇ ਵੀ, ਪਿੱਛੇ ਅਨੰਦਪੁਰ ਵਾਲੇ ਰੋਪੜ ਵਾਲੇ ਪਾਸੇ ਵੀ ਫੌਜਾਂ ਖਿਲਾਰ ਦਿਓ। ਹਰ ਪਿੰਡ ਦੀ ਤਲਾਸ਼ੀ ਹੋਣੀ ਚਾਹੀਦੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਦਾਇਰਾ ਬਹੁਤ ਵੱਡਾ ਸੀ।
ਪਿੰਡਾਂ ਸ਼ਹਿਰਾਂ 'ਚ ਪੰਜਾਬ 'ਚ ਸਾਰੇ ਉਹਨੂੰ ਜਾਣਦੇ ਸੀ। ਉਹ ਕਿਤੇ ਵੀ ਜਾ ਕੇ ਬਹਿ ਸਕਦਾ ਹੈ, ਕੋਈ ਵੀ ਗੁਰੂ ਦਾ ਸਿੱਖ ਉਹਨੂੰ ਆਪਣੇ ਘਰ ਪਨਾਹ ਦੇ ਸਕਦਾ ਹੈ। ਮੁਸਲਮਾਨ ਵੀ ਤੇ ਹਿੰਦੂ ਵੀ ਉਹਦੇ ਮੁਰੀਦ ਹਨ। ਇਸ ਕਰਕੇ ਗੁਰੂ ਦੇ ਉੱਤੇ ਪੂਰੀ ਨਿਗਾਹ ਰੱਖੀ ਜਾਵੇ। ਬਿਲ ਮੋਨ ਹੁਕਮ ਕੋ ਪਾਏ ਪਾਏ। ਦੇਰੀ ਨਾ ਕਰੋ, ਹੁਣ ਹੁਕਮ ਪਾ ਕੇ ਫਟਾਫਟ ਖਿੰਡ ਜਾਓ। ਜਿਹੜਾ ਅਫਸਰ ਕੋਈ ਢਿਲਾਈ ਕਰੇਗਾ, ਜਿਹਨੂੰ ਪਤਾ ਲੱਗ ਗਿਆ ਵੀ ਇਹਨੇ ਕੋਈ ਡਿਊਟੀ ਸਹੀ ਨਹੀਂ ਕੀਤੀ, ਤੇ ਉਹਨੂੰ ਵੀ ਅਸੀਂ ਨੌਕਰੀ ਤੋਂ ਕੱਢਾਂਗੇ, ਸਜ਼ਾ ਦੇਵਾਂਗੇ। ਦਲ ਫੈਲ ਭਰੇ ਅਬ ਤਾਏ ਤਾਏ। ਇਸ ਤਰ੍ਹਾਂ ਇਹਨਾਂ ਨੇ ਸੂਬੇ ਸਰਹੰਦ ਨੇ, ਸੂਬੇ ਲਾਹੌਰ ਨੇ, ਸਾਰਿਆਂ ਨੇ ਸਲਾਹ ਕਰਕੇ ਖਵਾਜਾ ਮਹਿਮੂਦ ਅਲੀ ਹੋਰਾਂ ਨੇ ਸਾਧ ਸੰਗਤ ਜੀ ਆਪਣੀ ਫੌਜ ਦੀਆਂ ਬਹੁਤ ਟੁਕੜੀਆਂ ਬਣਾਤੀਆਂ। ਕਿਤੇ 500 ਦਾ ਜਥਾ, ਕਿਤੇ 1000 ਦਾ, ਕਿਤੇ 200 ਦਾ। ਪਿੰਡਾਂ ਵਿੱਚ ਥਾਂ ਥਾਂ ਤੇ ਜਾਓ, ਪਤਾ ਕਰੋ ਵੀ ਕਿਹੜੇ ਪਿੰਡ 'ਚ ਕੋਈ ਉਪਰਾ ਬੰਦਾ ਆਇਆ, ਕੋਈ ਰਿਸ਼ਤੇਦਾਰ ਵੀ ਆਇਆ ਹੋਵੇ ਕਿਸੇ ਦੇ ਘਰ, ਉਹਨੂੰ ਵੀ ਪਤਾ ਕਰੋ ਵੀ ਕੌਣ ਹੈ, ਕਿੱਥੋਂ ਆਇਆ। ਘਰ ਘਰ ਦੀ ਤਲਾਸ਼ੀ ਕਰੋ ਸਾਰੇ ਪਿੰਡਾਂ ਦੇ ਵਿੱਚ। ਮਸਲਤ ਪਕਾਏ ਅਸ ਡੇਰ ਡੇਰ। ਇਸ ਤਰ੍ਹਾਂ ਇਹਨਾਂ ਨੇ ਸਲਾਹ ਕਰਕੇ, ਮਸਲਤ ਕਰਕੇ ਸ੍ਰੀ ਕਲਗੀਧਰ ਮਹਾਰਾਜ ਨੂੰ ਲੱਭਣ ਵਾਸਤੇ ਪੂਰੇ ਪੰਜਾਬ ਦੇ ਪਿੰਡਾਂ ਦੀਆਂ ਤਲਾਸ਼ੀਆਂ ਸ਼ੁਰੂ ਕਰ ਦਿੱਤੀਆਂ। ਬਿਸਮਾਇ ਰਹੇ ਰਣ ਹੇਰ ਹੇਰ। ਤੇ ਜੰਗ ਦੇ ਵਿੱਚ ਪਏ ਹੋਏ ਮੁਰਦਿਆਂ ਤੇ ਘੋੜਿਆਂ ਨੂੰ ਵੇਖ ਕੇ ਹੈਰਾਨ ਹੀ ਹੈਰਾਨ ਹੋਈ ਜਾਂਦੇ ਹਨ। ਗਨ ਲੋਥਨ ਕੋ ਅਨੁਮਾਨ ਮਾਨ। ਕਹਿੰਦੇ ਆਪਣੀਆਂ ਲਾਸ਼ਾਂ ਦੇ ਅਨੁਮਾਨ ਲਾਉਂਦੇ ਵੀ ਕਿੰਨੀਆਂ ਕੁ ਹੋਣਗੀਆਂ, ਗਿਣੀਆਂ ਨਹੀਂ ਜਾਂਦੀਆਂ। ਚਮਕੌਰ ਔਰ ਚਹ ਜਾਨ ਜਾਨ। ਜਿੱਧਰ ਚਮਕੌਰ ਵੱਲ ਮੂੰਹ ਕਰਦੇ ਨੇ, ਪਿੰਡਾਂ ਵਿੱਚ ਥਾਂ ਥਾਂ ਤੇ ਆਲੇ ਦੁਆਲੇ ਮੀਲਾਂ ਦੀ ਲਾਸ਼ਾਂ ਖਿਲਰੀਆਂ ਵੇਖੀਆਂ ਨੇ ਤੁਰਕਾਂ ਨੇ ਆਪਣੇ ਬੰਦਿਆਂ ਦੀਆਂ। ਲਛ ਤੇ ਵਧੀਕ ਸਭ ਪਾਖ ਪਾਖ। ਫਿਰ ਸਾਰੇ ਬੰਦਿਆਂ ਨੇ ਆ ਕੇ ਮੋਟੀ ਜੀ ਰਿਪੋਰਟ ਦਿੱਤੀ ਹੈ ਵੀ ਖਵਾਜਾ ਸਾਹਿਬ ਲੱਖ ਤੋਂ ਵੱਧ ਹੀ ਬੰਦਾ ਮਰਿਆ ਹੈ ਤੇ ਘੋੜੇ ਵੀ ਮਰੇ ਹਨ। ਬਾਕੀ ਇਸ ਤੋਂ ਘੱਟ ਨਹੀਂ, ਲੱਖ ਤੋਂ ਜ਼ਿਆਦਾ ਭਾਵੇਂ ਹੋਣ 5-10 ਹਜ਼ਾਰ ਘੱਟ ਨਹੀਂ ਹਨ। ਮਿਟ ਗਈ ਲੜਨ ਅਬ ਲੱਖ ਲੱਖ। ਕਹਿੰਦੇ ਹੁਣ ਤੇ ਲੜਨ ਦੀ ਅਭਿਲਾਸ਼ਾ ਹੀ ਪੂਰੀ ਹੋ ਗਈ ਹੈ, ਹੁਣ ਨਹੀਂ ਸਾਡੇ ਕੋਲੋਂ ਲੜਿਆ ਜਾਂਦਾ। ਸਭ ਸਿੰਘ ਲੋਥ ਕੋ ਲਿਆਏ ਲਿਆਏ। ਕਹਿੰਦੇ ਸਿੰਘਾਂ ਦੀਆਂ ਲਾਸ਼ਾਂ ਲਿਆ ਕੇ ਗਨ 30-32 ਪਾਏ ਪਾਏ। ਸਮਸੀ ਸਾਰੀਆਂ 30-32 ਲਾਸ਼ਾਂ ਲੱਭਦੀਆਂ ਸਾਰੇ ਘੇਰੇ ਵਿੱਚੋਂ। ਹਤ ਬੁੱਧਰ ਪੁਨ ਕੀ ਹੇਰ ਹੇਰ। ਕਹਿੰਦੇ ਵੇਖ ਵੇਖ ਇੱਕ ਪਾਸੇ ਸਿੰਘਾਂ ਦੀਆਂ ਥੋੜੀਆਂ ਜਿਹੀਆਂ ਲਾਸ਼ਾਂ, ਦੂਜੇ ਪਾਸੇ ਲੱਖਾਂ ਤੁਰਕਾਂ ਦੀਆਂ ਪਹਾੜੀਆਂ ਦੀਆਂ ਲਾਸ਼ਾਂ। ਤੁਰਕਾਂ ਦੀ ਬੁੱਧੀ ਹੈਰਾਨ ਹੈ ਵੀ ਇਹ ਕਿੱਦਾਂ ਦਾ ਕੰਮ ਹੋਇਆ, ਬੜਾ ਮਿਣਵਾ ਜਿਹਾ ਕੰਮ ਹੈ। ਇੱਕ ਪਾਸੇ ਤਾਂ 40 ਬੰਦੇ ਮਰੇ ਹਨ, ਇੱਕ ਪਾਸੇ ਲੱਖ ਤੋਂ ਉੱਤੇ ਮਾਰੇ ਗਏ ਹਨ। ਤੁਰਕਾਨ ਲੋਥ ਲਗ ਢੇਰ ਢੇਰ। ਕਹਿੰਦੇ ਤੁਰਕਾਂ ਦੀਆਂ ਲਾਸ਼ਾਂ ਦੇ ਢੇਰ ਹੀ ਲੱਗੇ ਪਏ ਨੇ, ਜਿੱਧਰ ਵੇਖੋ ਤੁਰਕ ਹੀ ਤੁਰਕ ਮਰੇ ਪਏ ਹਨ। ਕਬ ਕਹਿਤ ਕਥਾ ਸੰਤੋਖ ਸਿੰਘ। ਕਵਿਰਾਜ ਭਾਈ ਸੰਤੋਖ ਸਿੰਘ ਜੀ ਇਹ ਕਥਾ ਲਿਖਦੇ ਹਨ। ਧੰਨ ਧੰਨ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ। ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਐਸੇ ਸਤਿਗੁਰੂ ਦੀਨ ਦਿਆਲ ਜੀ ਦੀ ਕਥਾ ਆਪ ਜੀ ਨੇ ਸਾਂਝੀ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰਾਥ ਕੰਮ ਪੂਰਨ ਮੋਹਿ